सो कहो टल गुर सेविया, अहनिस सहज सुभाए। दर्शन परसे गुरु कै, जन्म मरण दुख जाए। होवै सिफत खसम दी, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਿਸਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਿਸਾਹੁ, ਸਿਰ ਸਾਹਾਂ ਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੁ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਵਾਹੁ ਵਾਹੁ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡ ਅਵਰ ਨਾ ਕੋਏ। ਵਾਹੁ ਵਾਹੁ ਅਗਮ ਅਥਾਹੁ ਹੈ, ਵਾਹੁ ਵਾਹੁ ਸੱਚਾ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਦੂਜਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਸੀ ਹੈ। ਜਲ ਮਹਿ ਜਮ ਉਪਾਇ, ਤਿਨਾ ਭੇਟ ਰੋਟੀ ਦੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਸੀ ਹੈ। ਜਲ ਮਹਿ ਜਮ ਉਪਾਇ, ਤਿਨਾ ਭੇਟ ਰੋਟੀ ਦੇ। ਉਥਾ ਘਟ ਨ ਚੱਲਈ, ਨਾ ਕੋ ਕਿੰਤ ਕਰੇ। ਸੌਤਾ ਦੂਰ ਨਾ ਹੋਵਈ, ਨਾ ਕੋ ਲੈ ਨਾ ਦੇ। ਜੀਆ ਆਹਾਰ, ਜੀਅ ਖਾਣਾ ਕਿਉ ਕਰੇ। ਵਿੱਚ ਉਪਾਏ ਸਾਇਰਾ, ਤਿਨਾ ਵਿਕਾਰ ਕਰੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਸੀ ਹੈ। ਮਹਲਾ ਪਹਿਲਾ। ਨਾਨਕ ਇਹੋ ਜੀਉ ਮਛਲੀ, ਈਵਰ ਤ੍ਰਿਸ਼ਨਾ ਕਾਲ। ਮਨਵਾ ਅੰਤ ਨ ਚੇਤੈ, ਪੜੈ ਅਚਿੰਤਾ ਜਾਲ। ਨਾਨਕ ਚਿਤ ਅਚੇਤ ਹੈ, ਚਿੰਤਾ ਪਤਾ ਜਾਏ। ਨਦਰ ਕਰੇ ਜੇ ਆਪਣੀ, ਤਾ ਆਪੇ ਲੈ ਮਿਲਾਏ। ਪੌੜੀ ਸੇ ਜਨ ਸੱਚੇ ਸਦਾ ਸਦਾ, ਜਿਨੀ ਹਰ ਰਸ ਪੀਤਾ। ਗੁਰਮੁਖ ਸੱਚਾ ਮਨ ਵਸੈ, ਸੱਚ ਸੌਦਾ ਕੀਤਾ।
ਧਾਰੀ ਮਾਰ ਵਡ ਭਾਗੀ ਲੀਤਾ ਅੰਤਰ ਤ੍ਰਿਸ਼ਨਾ ਮਾਰ ਗਏ ਹਰ ਗੁਣ ਗਾਵੀਤਾ ਆਪੇ ਮੇਲ ਮਿਲਾਏ ਆਪੇ ਤੇ ਬੁਝਾਈ ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਆਪੇ ਮੇਲ ਮਿਲਾਏ ਆਪੇ ਤੇ ਬੁਝਾਈ ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਸੱਚੇ ਨਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ, ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨੇ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਸਜੇ ਹੋਏ ਸੁੰਦਰ ਦੀਵਾਨ, ਪੰਜ ਬਾਣੀਆਂ ਦਾ ਨਿਤਨੇਮ ਹੋਇਆ। ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਅੰਮ੍ਰਿਤ ਸਵਈਏ, ਸ੍ਰੀ ਚੌਪਈ ਸਾਹਿਬ, ਸ੍ਰੀ ਆਨੰਦ ਸਾਹਿਬ। ਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦੀ ਟਹਿਲ ਸੇਵਾ ਸਤਿਗੁਰਾਂ ਨੇ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ ਕਰਕੇ ਨਿਹਾਲ ਕੀਤਾ। ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਦਾ ਸਦਕਾ ਗੁਰਸਿੱਖ ਸੰਗਤਾਂ ਨੇ ਮਹਾਰਾਜ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ, ਸਤਿਗੁਰਾਂ ਦੇ ਅੰਮ੍ਰਿਤਮਈ ਦਰਸ਼ਨ ਕੀਤੇ, ਆਪਣੀ ਜ਼ਿੰਦਗੀ ਦਾ, ਜੀਵਨ ਦਾ, ਸਵਾਸਾਂ ਦਾ ਲਾਭ ਲਿਆ ਹੈ। ਜਿਸ ਲਾਭ ਦੇ ਵਾਸਤੇ ਇਹ ਜੀਵ ਸੰਸਾਰ ਤੇ ਆਇਆ ਹੈ, ਉਹ ਸਭ ਤੋਂ ਵੱਡਾ ਲਾਭ ਇਹੀ ਹੈ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ, ਗੁਰੂ ਸਾਹਿਬ ਜੀ ਦੀ ਸੰਗਤ ਕਰਨੀ, ਨਾਮ ਬਾਣੀ ਦੇ ਨਾਲ ਜੁੜਨਾ। ਲਾਹੇ ਕਾਰਨ ਆਇਆ ਜਗ, ਹੋਏ ਮਜੂਰ ਗਿਆ ਠਗਾਏ ਠੱਗ। ਇਸੇ ਲਾਹੇ ਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ ਹੈ, ਗੁਰਮੁਖ ਲਾਹਾ ਲੈ ਗਏ। ਇਹ ਗੁਰਮੁਖੇ ਲਾਹਾ ਲੈ ਕਰਕੇ ਗਏ। ਕੁਝ ਲਾਹਾ ਲੈ ਕੇ ਗਏ ਤੇ ਮਹਾਰਾਜ ਕਹਿੰਦੇ ਕੁਝ ਮੂਲ ਹੀ ਗਵਾ ਕੇ ਚਲੇ ਗਏ। ਲਾਹਾ ਉਹ ਹੁੰਦਾ ਹੈ ਕਿ ਪੂੰਜੀ ਜੋ ਪਾਸ ਹੈ ਉਹਨੂੰ ਖਰਚ ਕਰਕੇ ਉਹਦੇ ਤੋਂ ਲਾਭ ਪ੍ਰਾਪਤ ਕੀਤਾ ਜਾਵੇ। ਹਰ ਕੋਈ ਚਾਹੁੰਦਾ ਹੈ ਵੀ ਘਾਟਾ ਮੈਨੂੰ ਨਾ ਪਵੇ, ਲਾਭ ਪ੍ਰਾਪਤ ਹੋਵੇ। ਜ਼ਿਮੀਂਦਾਰ ਵੀ ਫਸਲ ਬੀਜਦਾ ਹੈ, ਉਹ ਵੀ ਸਾਰਾ ਹਿਸਾਬ ਕਿਤਾਬ ਲਾਉਂਦਾ ਹੈ ਵੀ ਇੰਨਾ ਖਰਚਾ ਆਇਆ ਹੈ, ਇੰਨੇ ਪੈਸੇ ਲੱਗੇ ਆ, ਤੇ ਇਹਦੇ ਵਿੱਚੋਂ ਇੰਨੀ ਬਚਤ ਹੋਣੀ ਚਾਹੀਦੀ, ਇੰਨਾ ਲਾਭ ਹੋਣਾ ਚਾਹੀਦਾ। ਦੁਕਾਨਦਾਰ ਵੀ ਲਾਭ ਬਾਰੇ ਸੋਚਦਾ ਹੈ ਵੀ ਇੰਨੇ ਦਾ ਸੌਦਾ ਪਾਇਆ ਦੁਕਾਨ ਦੇ ਵਿੱਚ ਤੇ ਇੰਨਾ ਕੁ ਲਾਭ ਤਾਂ ਮੈਨੂੰ ਹੋਣਾ ਹੀ ਚਾਹੀਦਾ। ਹੋਰ ਮੱਝਾਂ ਗਾਵਾਂ ਦਾ ਵਪਾਰੀ ਵੀ ਸੋਚਦਾ ਹੈ ਕਿ ਇਹਦੇ ਚੋਂ ਮੈਨੂੰ ਵਪਾਰ ਚੋਂ ਲਾਭ ਮਿਲੇ। ਲੋਹੇ ਸੋਨੇ ਦਾ ਵਪਾਰੀ ਵੀ ਸੋਚਦਾ ਹੈ
ਹਰ ਇੱਕ ਜਿਹੜਾ ਵੀ ਕੋਈ ਕੰਮ ਕਰਦਾ ਹੈ, ਕਿੱਤਾ ਕਰਦਾ ਹੈ, ਉਹਦੇ ਵਿੱਚ ਉਹ ਲਾਭ ਚਾਹੁੰਦਾ ਹੈ। ਤੇ ਲਾਭ ਇਹ ਹੁੰਦਾ ਵੀ ਜਿੰਨਾ ਖਰਚਾ ਕੀਤਾ ਉਹਦੇ ਨਾਲੋਂ ਕੁਝ ਨਾ ਕੁਝ ਤੇ ਵੱਧ ਮਿਲੇ ਨਾ, ਉਹ ਲਾਭ ਹੈ। ਸਤਿਗੁਰੂ ਕਹਿੰਦੇ ਵੀ ਪੂੰਜੀ ਤਾਂ ਸਾਰਿਆਂ ਨੂੰ ਮਿਲੀ ਹੋਈ ਹੈ ਸਵਾਸਾਂ ਦੀ, ਪਰ ਇਹਨਾਂ ਸਵਾਸਾਂ ਨਾਲ ਲਾਭ ਉਹ ਲੈਂਦੇ ਆ ਜਿਹੜੇ ਸਵਾਸਾਂ ਨੂੰ ਸਤ ਸੰਗਤ ਕਰਦਿਆਂ ਖਰਚਦੇ ਆ, ਜੋ ਨਾਮ ਜਪਦਿਆਂ ਖਰਚਦੇ, ਜੋ ਗੁਰੂ ਕੇ ਦਰਸ਼ਨ ਕਰਦਿਆਂ ਸਵਾਸ ਖਰਚਦੇ, ਜੋ ਨਾਮ ਬਾਣੀ ਸੁਣਦਿਆਂ ਸਵਾਸਾਂ ਦੀ ਪੂੰਜੀ ਖਰਚਦੇ ਆ। ਕਿਉਂਕਿ ਬੇਕੀਮਤੀ ਆ ਸਵਾਸ, ਇੱਕ ਵੀ ਸਵਾਸ ਕਰੋੜਾਂ ਰੁਪਏ ਖਰਚ ਕੇ ਕੋਈ ਮੁੱਲ ਨਹੀਂ ਖਰੀਦ ਸਕਦਾ। ਇੰਨੇ ਅਮੋਲਕ ਸਵਾਸ ਹਨ, ਪਰ ਸਵਾਸ ਸਫਲੇ ਤਾਂ ਹੋਣਗੇ, ਪੂਰਾ ਇਹਨਾਂ ਦਾ ਮੁੱਲ ਤਾਂ ਪਵੇਗਾ ਜੇ ਇਹਨਾਂ ਸਵਾਸਾਂ ਦੇ ਨਾਲ ਨਾਮ ਜਪਿਆ ਜਾਵੇਗਾ, ਨਾਮ ਸੁਣਿਆ ਜਾਵੇਗਾ। ਜਿੰਨੇ ਸੰਗਤ ਦੇ ਵਿੱਚ ਇਹ ਖਰਚ ਹੋਏ ਉਹਨੇ ਲਾਭਦਾਇਕ ਹਨ, ਬਾਕੀ ਤੇ ਐਵੇਂ ਚਲੇ ਗਏ। ਇਹ ਤੇ ਲਗਾਤਾਰ ਚੱਲੀ ਜਾ ਰਹੇ ਆ, ਭਾਵੇਂ ਬੈਠੇ ਹੋਈਏ, ਭਾਵੇਂ ਖਲੋਤੇ ਹੋਈਏ, ਭਾਵੇਂ ਸੁੱਤੇ ਹੋਈਏ, ਭਾਵੇਂ ਚੱਲਦੇ ਫਿਰਦੇ ਹੋਈਏ, ਇਹਨਾਂ ਸਵਾਸਾਂ ਨੇ ਤਾਂ ਤੁਰੇ ਹੀ ਜਾਣਾ। ਭਾਵੇਂ ਸੱਚ ਬੋਲਦੇ ਹੋਈਏ ਤੇ ਭਾਵੇਂ ਝੂਠ ਬੋਲਦੇ ਹੋਈਏ, ਭਾਵੇਂ ਨਾਮ ਜਪਦੇ ਹੋਈਏ ਤੇ ਭਾਵੇਂ ਨਿੰਦਿਆ ਚੁਗਲੀ ਕਰਦੇ ਹੋਈਏ, ਸਵਾਸਾਂ ਨੇ ਤਾਂ ਖਰਚ ਹੋ ਹੀ ਜਾਣਾ। ਪਰ ਫਰਕ ਬੜਾ ਹੈ, ਨਾਮ ਜਪਦਿਆਂ ਜਿਹੜੇ ਸਵਾਸ ਖਰਚ ਹੁੰਦੇ ਉਹ ਲੇਖੇ ਲੱਗਦੇ ਆ, ਜਿਹੜੇ ਉਤਰਾਂ ਹੀ ਚਲੇ ਗਏ ਉਹ ਵਿਅਰਥ ਚਲੇ ਗਏ। ਇਸ ਨੂੰ ਮਹਾਰਾਜ ਨੇ ਆਖਿਆ ਗੁਰਮੁਖ ਲਾਭ ਲੈ ਕੇ ਗਏ ਤੇ ਮਨਮੁਖ ਮੂਲ ਹੀ ਗਵਾ ਕੇ ਗਏ। ਮੂਲ ਕੀ ਸਵਾਸ ਮਿਲੇ ਸੀ, ਪੂੰਜੀ ਮਿਲੀ ਸੀ, ਮੂਲ ਲਾਭ ਤਾਂ ਕੀ ਲੈਣਾ ਸੀ, ਮੂਲ ਵੀ ਗਵਾ ਦਿੱਤਾ। ਜਿਹੜੀ ਰਾਸ਼ੀ ਦੇ ਕਰਕੇ ਭੇਜਿਆ ਸੀ ਕਰਤਾ ਪੁਰਖ ਨੇ, ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ ਸੀ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ, ਮੂਲ ਗਵਾਏ ਜੀਓ। ਮੂਲ ਕਿਵੇਂ ਗਵਾਚ ਗਿਆ? ਮਹਾਰਾਜ ਕਹਿੰਦੇ ਵੀ ਸੰਗਤ ਹੀ ਨਹੀਂ ਕਦੇ ਕੀਤੀ, ਨਾਮ ਹੀ ਨਹੀਂ ਜਪਿਆ, ਜਿਸ ਕੰਮ ਵਾਸਤੇ ਆਇਆ ਸੀ ਉਹ ਕੀਤਾ ਹੀ ਨਾ। ਆਇਓ ਸੁਨਨ ਪੜਨ ਕਉ ਬਾਣੀ, ਨਾਮ ਵਿਸਾਰ ਲੱਗਹਿ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਉਹ ਕੰਮ ਨਾ ਕੀਤਾ, ਇਸ ਕਰਕੇ ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੀਰੇ ਵਰਗਾ ਅਮੋਲਕ ਜਨਮ, ਪਰ ਕੌਡੀ ਦੇ ਬਦਲੇ ਮਾਇਆ ਦੇ ਵੱਟੇ ਪਦਾਰਥ ਨੂੰ ਇਕੱਠਾ ਕਰਦਿਆਂ ਕਰਦਿਆਂ, ਕੌਡੀਆਂ ਇਕੱਠਾ ਕਰਦਿਆਂ ਕਰਦਿਆਂ ਹੀਰੇ ਗਵਾਈ ਜਾ ਰਿਹਾ, ਕੌਡੀ ਬਦਲੇ ਜਾ ਰਿਹਾ ਹੈ ਹੀਰਾ। ਤੋ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਮਹਾਰਾਜ ਸਾਹਿਬ ਜੀ ਜਿਨ੍ਹਾਂ ਜੀਵਾਂ ਤੇ ਤਰਸ ਕਰਦੇ, ਉਦਮ ਦਿੰਦੇ, ਪ੍ਰੇਰਨਾ ਦਿੰਦੇ। ਉਦਮ ਮਤ ਪ੍ਰਭ ਅੰਤਰਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ। ਫਿਰ ਗੁਰਸਿੱਖ ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਉਦਮ ਦੇ ਨਾਲ ਗੁਰੂ ਕੇ ਚਰਨਾਂ ਦੀ ਹਾਜ਼ਰੀ ਭਰਦਾ ਹੈ। ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣੇ ਤਨ ਨੂੰ ਸਫਲਾ ਕਰਦਾ। ਪਾਵ ਸੁਹਾਵੇ ਜਾਂ ਤਉ ਧਿਰ ਜੁੜਦੇ, ਸੀਸ ਸੁਹਾਵਾ ਚਰਨੀ। ਸੀਸ ਤਾਂ ਹੀ ਸੋਭਣੀਕ ਹੈ ਜੇ ਗੁਰੂ ਸਾਹਿਬ ਦੇ ਚਰਨਾਂ ਤੇ ਆ ਕੇ ਝੁਕੇ। ਪੈਰ ਤਾਂ ਹੀ ਸੋਭਣੀਕ ਵਾ ਜੇ ਸਤ ਸੰਗਤ ਵੱਲ ਆ ਚੱਲ ਕੇ ਆਉਂਦੇ। ਉਂਝ ਤਾਂ ਸਾਰਾ ਦਿਨ ਹੀ ਤੁਰਦੇ ਰਹਿੰਦੇ ਆਏ, ਪਰ ਸਫਲੇ ਨਹੀਂ ਇਹਨਾਂ ਨੂੰ ਆਖਿਆ। ਸਫਲੇ ਉਦੋਂ ਹੁੰਦੇ ਜਦੋਂ ਗੁਰੂ ਕੇ ਦਰਬਾਰ ਵੱਲ ਨੂੰ ਚੱਲ ਕੇ ਆਉਂਦੇ। ਮੁੱਖ ਤਾਂ ਸਫਲਾ ਹੈ, ਰਸਨਾ ਸਾਰਾ ਦਿਨ ਹੀ ਬੋਲਦੀ ਰਹਿੰਦੀ ਹੈ, ਪਰ ਮਹਾਰਾਜ ਕਹਿੰਦੇ ਸਫਲੀ ਉਦੋਂ ਹੈ ਜਦੋਂ ਗੁਰੂ ਕਾ ਜਸ ਗਾਉਂਦੀ ਹੈ। ਮੁਖ ਸੁਹਾਵਾ ਜਾਂ ਤਉ ਜਸ ਗਾਵੇ, ਜੀਉ ਪਿਆ ਤਉ ਸਰਣੀ। ਇਹ ਹਿਰਦਾ ਤਾਂ ਸਫਲਾ ਹੈ ਜੇ ਗੁਰੂ ਕੇ ਚਰਨਾਂ ਦੇ ਨਾਲ ਜੁੜੇ, ਗੁਰੂ ਕੀ ਸ਼ਰਨੀ ਪਵੇ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ,
ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਨਣਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵਤ ਦੇ। ਜਗ ਮਹਿ ਉਤਮ ਕਾਢੀਆ ਹੈ, ਵਿਰਲੇ ਕੇ। ਵਿਰਲੇ ਆਖਿਆ ਮਹਾਰਾਜ ਸਾਹਿਬ ਜੀ ਨੇ। ਉੱਤਮ ਮਹਾਰਾਜ ਕਹਿੰਦੇ ਵਿਰਲੇ ਵਿਰਲੇ ਹੁੰਦੇ ਆ। ਵਿਰਲੇ ਚੰਦਨ ਦੇ ਬੂਟੇ ਵਿਰਲੇ ਹੀ ਹੁੰਦੇ ਆ, ਕਿਤੇ ਕਿਤੇ ਹੁੰਦੇ ਆ। ਬਾਕੀ ਵਨਸਪਤੀ ਤੇ ਬਥੇਰੀ ਹੈ, ਪਰ ਚੰਦਰ ਵਿਰਲਾ ਵਿਰਲਾ। ਪੱਥਰ ਤਾਂ ਬਹੁਤੇ ਹਨ, ਹਰ ਹੀਰਾ ਉਹ ਵਿਰਲੇ ਹਨ। ਤੋ ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰਦੇ ਹਨ। ਲੜੀਵਾਰ ਰੂਪ ਦੇ ਵਿੱਚ ਅੱਜ ਦਾ ਜੋ ਪਾਵਨ ਉਪਦੇਸ਼ ਮਹਾਰਾਜ ਸਾਹਿਬ ਜੀ ਬਖਸ਼ ਰਹੇ, 955 ਅੰਗ ਤੇ ਰਾਮਕਲੀ ਰਾਗ ਦੀ ਪਹਿਲੀ ਵਾਰ ਜੋ ਗਰੀਬ ਨਵਾਜ ਸਾਹਿਬ ਜੀ, ਇਹ ਤੀਜੇ ਪਾਤਸ਼ਾਹ ਜੀ ਦੀ ਵਾਰ ਹੈ। ਇਹਦਾ ਭਾਵ ਇਹ ਹੈ ਵੀ ਇਸ ਵਾਰ ਦੀਆਂ ਜਿੰਨੀਆਂ ਪੌੜੀਆਂ ਹਨ ਉਹ ਤੀਜੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਕਿਉਂਕਿ ਆਰੰਭ ਤੇ ਸਰਲੇਖ ਆਇਆ ਸ਼ਲੋਕ ਮਹੱਲਾ ਤੀਜਾ, ਤੇ ਸ਼ਲੋਕ ਪਹਿਲੇ ਪਾਤਸ਼ਾਹ ਦੇ ਵੀ ਆਏ ਹਨ ਇਸ ਵਾਰ ਦੇ ਵਿੱਚ, ਦੂਜੇ ਪਾਤਸ਼ਾਹ ਦੇ ਵੀ ਆਏ ਹਨ, ਤੀਜੇ ਪਾਤਸ਼ਾਹ ਦੇ ਵੀ ਆਏ ਹਨ। ਪਰ ਪੌੜੀਆਂ ਸਾਰੀਆਂ 21 ਪੌੜੀਆਂ ਇਸ ਵਾਰ ਦੀਆਂ ਉਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਕਿਉਂਕਿ ਜੋ ਆਰੰਭ ਵਿੱਚ ਜੋ ਮਹੱਲਾ ਹੋਵੇ ਉਸ ਮਹੱਲੇ ਦਾ ਸੰਬੰਧ ਸਾਰੀਆਂ ਪੌੜੀਆਂ ਦੇ ਨਾਲ ਹੁੰਦਾ ਹੈ। ਔਰ 22 ਵਾਰਾਂ ਦੇ ਵਿੱਚੋਂ ਇਹ ਇੱਕ ਵਾਰ ਹੈ ਜਿਸ ਵਿੱਚ ਰਹਾਉ ਦੀ ਤੁਕ ਉਚਾਰਨ ਕੀਤੀ ਹੈ ਮਹਾਰਾਜ ਸਾਹਿਬ ਨੇ। ਹੋਰ ਕਿਸੇ ਵਾਰ ਦੇ ਵਿੱਚ ਰਹਾਉ ਦੀ ਪੰਕਤੀ ਨਹੀਂ ਆਉਂਦੀ ਹੈ। 22 ਵਾਰਾਂ ਦੇ ਵਿੱਚੋਂ ਇੱਕੋ ਇੱਕ ਇਹ ਰਾਮਕਲੀ ਦੀ ਪਹਿਲੀ ਵਾਰ ਹੈ ਜਿਸ ਵਿੱਚ ਮਹਾਰਾਜ ਸਾਹਿਬ ਜੀ ਨੇ ਪਹਿਲੀ ਪੌੜੀ ਤੋਂ ਬਾਅਦ ਰਹਾਉ ਦੀ ਪੰਕਤੀ ਉਚਾਰਨ ਕੀਤੀ ਹੈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਰਹਾਉ। ਔਰ ਸੰਪਰਦਾ ਦੇ ਵਿੱਚ, ਟਕਸਾਲਾਂ ਦੇ ਵਿੱਚ, ਜਥੇਬੰਦੀਆਂ ਦੇ ਵਿੱਚ ਸੰਥਿਆ ਕਰਾਉਂਦਿਆਂ ਹੋਇਆਂ ਇਹ ਗੱਲ ਪੜ੍ਹਾਈ ਜਾਂਦੀ ਹੈ ਕਿ ਹਰੇਕ ਪੌੜੀ ਤੋਂ ਮਗਰੋਂ ਇਹ ਪੰਕਤੀ ਪੜ੍ਹਨੀ ਹੈ ਭਾਈ। ਕਿਉਂਕਿ ਜੋ ਆਰੰਭ ਵਿੱਚ ਧੁਨੀ ਦਿੱਤੀ ਹੈ ਨਾ ਮਹਾਰਾਜ ਸਾਹਿਬ ਜੀ ਨੇ, ਉਹ ਧੁਨੀ ਹੈ ਜੋਧਾ ਵੀਰ ਹੈ ਪੂਰਬਾਣੀ ਕੀ ਧੁਨੀ। ਜੋ ਪੂਰਬਾਣੀ ਰਾਜਪੂਤ ਦੇ ਪੁੱਤਰ ਹੋਏ ਜੋਧਾ ਤੇ ਵੀਰਾ, ਉਹਨਾਂ ਦੀ ਬਹਾਦਰੀ ਦਾ ਜਸ ਜਿਸ ਪੌੜੀ ਦੇ ਵਿੱਚ ਢਾਡੀਆਂ ਨੇ ਗਾਇਆ, ਉਹ ਪੌੜੀ ਆ 6 ਤੁਕਾਂ ਵਾਲੀ। ਤੇ 6ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ ਰਾਮਕਲੀ ਰਾਗ ਦੀ ਪਹਿਲੀ ਵਾਰ ਜੋ ਹੈ ਨਾ, ਇਸ ਧੁਨ ਦੇ ਉੱਤੇ ਇਹਦੀਆਂ ਪੌੜੀਆਂ ਗਾਉਣੀਆਂ। ਜਿਸ ਧੁਨ ਦੇ ਉੱਤੇ ਜੋਧਾ ਵੀਰ ਹੈ ਪੂਰਬਾਣੀ ਦੀ ਜਿਹੜੀ ਧੁਨੀ ਗਾਈ ਹੈ ਨਾ, ਜੋਧਾ ਤੇ ਵੀਰ ਦੀ ਜਿਹੜੀ ਵਾਰ ਗਾਈ ਹੈ, ਪੌੜੀ ਗਾਈ ਹੈ ਉਹਨਾਂ ਦੇ ਜਸ ਦੀ, ਜਿਸ ਤਰੀਕੇ ਨਾਲ ਜਿਸ ਧੁਨ ਤੇ ਉਹ ਗਾਈ ਹੈ ਉਸ ਧੁਨ ਦੇ ਉੱਤੇ ਰਾਮਕਲੀ ਦੀ ਪਹਿਲੀ ਵਾਰ ਦੀਆਂ 21 ਪੌੜੀਆਂ ਗਾਉਣੀਆਂ ਗੁਰੂ ਘਰ ਦੇ ਕੀਰਤਨੀਆਂ। ਤੇ ਉਹ ਪੌੜੀ ਹੈ 6 ਤੁਕਾਂ ਦੀ। ਇਹ ਜੋ ਵਾਰ ਹੈ ਸਾਰੀ ਇਹਦੀਆਂ 5-5 ਤੁਕਾਂ ਹਨ। ਪੌੜੀਆਂ 21 ਜੋ ਹਨ, ਇਹ 21 ਪੌੜੀਆਂ 5-5 ਪੰਕਤੀਆਂ ਦੀਆਂ। ਤੇ ਜੇ ਨਾਲ ਇਹ ਪੰਕਤੀ ਮਿਲੇ ਤੇ ਫਿਰ 6 ਪੰਕਤੀਆਂ ਦੀ ਪੌੜੀ ਹੁੰਦੀ ਹੈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਫਿਰ 6 ਪੰਕਤੀਆਂ ਪੂਰੀਆਂ ਹੁੰਦੀਆਂ ਤੇ ਨਾਲੇ ਇਹ ਤੁਕਾਂਤ ਵੀ ਤਾਂ ਹੀ ਮਿਲਦਾ ਹੈ। ਇਹ ਜਿਹੜੀ 5 ਪੰਕਤੀਆਂ ਦੀ ਪੌੜੀ ਹੈ, ਜੋ 4 ਪੰਕਤੀਆਂ ਉਹਨਾਂ ਦੀ ਬਣਤਰ ਵੇਖੋ ਵੱਖਰੀ ਹੈ। ਜਿਹੜੀ 5ਵੀਂ ਪੰਕਤੀ ਹੁੰਦੀ ਹੈ ਉਹ ਫਿਰ ਉਹਦੇ ਨਾਲ ਮਿਲਦੀ ਹੈ। ਜਿਵੇਂ ਅੱਜ ਦੀ ਜੋ ਪੌੜੀ ਹੈ, ਇਹਦੇ 'ਚ ਮਹਾਰਾਜ ਸਾਹਿਬ ਜੀ ਨੇ ਫਰਮਾਇਆ ਪੌੜੀ ਸੇ ਜਨ ਸਾਚੇ ਸਦਾ ਸਦਾ ਜਿਨੀ ਹਰ ਰਸ ਪੀਤਾ। ਹੁਣ ਵੇਖੋ ਇੱਥੇ ਅਖੀਰਲਾ ਸ਼ਬਦ ਆਇਆ ਪੀਤਾ। ਦੂਜਾ ਬਚਨ ਹੈ ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ।
तीजी पंक्ति च आया सब किश घर ही माहे है वडभागी लीता, पिछला शब्द है लीता। फिर चौथी पंक्ति च आया अंतर तृष्णा मर गई हर गुण गावीता। ते पंजवीं च आया वा हुण ये चार पंक्तियां वेखो, पीता कीता लीता गावीता। ते जिहड़ी पंजवीं पंक्ति है उहदे च आपे मेल मिलाए अन आपे दे बुझाई। हुण पिछलियां जिहड़ियां चार पंक्तियां वा उन्हां नालों ये वखरी बनतर दी पंक्ति महाराज ने उचारण कीती है। ते इहदा तुकांत तां ही बनदा है जे इहदे नाल ओह पंक्ति मिलदी है ते तां, क्योंकि पिछलियां पंक्तियां वेखो पीता कीता लीता गावीता, ते इत्थे अगे जाके महाराज कहंदे आपे मेल मिलाए अन आपे दे बुझाई। ते इहदे नाल फिर ओह पंक्ति पढ़ीए ते फिर तुकांत मिलदी वाह वाह सच्चे पातशाह तू सच्ची नाई। नाले 6 पंक्तियां पूरीआं हुंदियां, धुनी पूरी हुंदी है ते नाले तुकांत जिहड़ा है ओह नाल मिलदा है, 2 पंक्तियां। ते महाराज साहब जी दा हुक्म है। और जो टकसालां गरीब नवाज साहब जी ने चलाइयां, धन श्री गुरु गोबिंद सिंह महाराज जी ने दमदमी टकसाल बाबा दीप सिंह साहब जी तो, भाई मनी सिंह साहब जी तो श्री अमृतसर साहब वाली टकसाल, उन्हां दोनां संप्रदावां दोनां टकसालां दे विच ये पंक्ति जिहड़ी है ये हरेक पौड़ी तो बाद पढ़ाई जाती है। महापुरख श्रीमान संत ज्ञानी गुरबचन सिंह जी खालसा पिंडरां वाले महापुरख, जिन्हां ने अपने जीवन काल दे विच धन श्री गुरु ग्रंथ साहिब महाराज जी दीआं 27 कथा कीतियां, विद्यार्थियों नूं संगत दे विच 27 कथा पढ़ाईयां। ते ओह चेचे तौर ते कहिंदे सन भी भाई ये पंक्ति पढ़नी है नाल हरेक पंक्ति दे हरेक पौड़ी की समाप्ति ते, जिहड़ा नहीं पढ़ता है वह गुरु साहब तो बेमुख हुंदा है, गुरु की आग्या ना मनण करके। भाई मनी सिंह जी की टकसाल के महापुरख संत ज्ञानी अमीर सिंह जी, उन्होंने विद्यार्थियों नूं श्री गुरु ग्रंथ साहिब महाराज जी दीआं संपूर्ण 60 कथा सुनाईयां। किड्डा वड्डा महापुरखां दा परोपकार, किड्डी वड्डी सेवा उन्हां तो गुरु साहब जी ने लई। एक साल विच एक कथा की समाप्ति करिया करते सन विद्यार्थियों नूं पढ़ाउंदे होइआं। एक साल विच भी एक कथा संपूर्ण होवे तो 60 सालां च 60 कथा वेखो संपूर्ण होंदियां। ते उन्हां ने भी उचेचे तौर ते हरेक साल जदों इत्थे कथा आउंदी सी ते महापुरखां ने कहना भी ये पंक्ति भाई ये जरूर इत्थे नाल पढ़नी। भाई साहब डॉक्टर वीर सिंह जी और इसे तरह फरीदकोटी टीका होर भी जो भी महापुरख हैं सारे ही ये उचेचे तौर पर महाराज साहब जी की जो आग्या है वो विद्यार्थियों को दसते हैं। तो सतगुरु गरीब नवाज साहब जी अज ये 18वीं पौड़ी जो श्लोकां के सहित महाराज साहब जी ने उपदेश बख्शिया है 955 अंग ते शरदा भावना सहित सरवण करिए जी। श्री वाहे गुरु साहिब जी। श्लोक महला दूजा। दूजे पातशाह धन धन श्री गुरु अंगद देव साहब जी महाराज अपनी रसना तो उचारण करते हैं। दूजे पातशाह गरीब नवाज जिन्हां ने 1596 विक्रमी संमत नूं गुरता गद्दी दे तख्त ते सोभनीक होना कीता। 35 साल की शरीर कारबला सी महाराज साहब जी की उस मौके। 28 साल की शरीर कारबला दे विच पहला मिलाप होया जगत गुरु बाबा जी धन श्री गुरु नानक देव साहब महाराज दे नाल श्री करतारपुर साहब। 7 साल के लगभग महाराज के चरणों में रह के गुरु साहब जी की सिक्खी कमाई, सतगुरां की महान आग्या मनी, सेवा की। पर पहले मिलाप विच पहले दिन ही कह दिता सी पुरखा तेरा नां की है? महाराज मेरा नां लैना है। कहते तू लैना ते असीं देना है।
सेवा तो बाद विच कीती ना। सेवा गुरु घर विच महान है, पर सेवा भी उही कर सकदा जिहदे तो महाराज करवाउंदे। सिमरन भी उही कर सकदा जिहदे तो गुरु साहिब करवाउंदे। से सिमरा है जिन्हें आप सिमराए, नानक ताकै लागो पाए। आपां सुभावक ये गल कहंदे ना भी सेवा करके आ दात मिली है। पर धन श्री गुरु अंगद देव साहिब महाराज जी ने जदों पहले दिन ही मिलाप किया तो बाबा जी ने नाम पुछया सी ते आखिया भी ना लैना जी, ते कहंदे तू लैना है ते असीं देना है। हाले उदों तां सेवा कोई कीती ही नहीं सी। पहला बख्शिश दे के, पहला बचन करके ते सेवा ते अपनी बाद विच दित्ती है। अखीर ते परखिया भी सी 7 साल की सेवा तो मगरों। वो परखिया क्यों सी कि बाकियां दे मनां विच शंका ना रह जावे। बाकियां नूं विखाउण वास्ते महाराज नूं तां कोई शंका है ही नहीं सी। महाराज तां जाणे सी, जाणदे ही सन। पहले दिन ही वचन कर दिता है कि तू लैना ते असीं देना। ते 7 सालां बाद फिर 1596 दे विच परख क्यों कीती? परख इस करके कीती भी किसी गुरसिख दे जां पुत्रां दे मन विच भुलेखा ना रह जावे भी सानूं ये दात मिले। सारियां दी परख तां कीती। ये वचन बाणी च महाराज ने अंकित कीते गुरु घर दे रबाबियां ने कि सतगुरु श्री गुरु नानक देव साहिब महाराज ने फिर परखिया। सारे अपने सिखां नूं परखिया ते अपने पुत्रां नूं भी परखिया। सिखां पुत्रां घोख कै सब उम्मत वेखो जे क्योण, जां सुधोस तां लहना टिक्योण। बाकी सारे अपने अपने थान ते गुरसिख महान वा, पर विच परख के भी गुरता गद्दी दे जोग तां बाबा लहणा जी आ। इन्हां नूं ये मिलनी, ये सेवक दी वस्तु है। फिर करतारपुर साहिब आप जी नूं गुरियाई बख्शिश कीती महाराज। पूजनीक साडे माता जी माता सुलखणी जी ने आख्या सी महाराज साहब जी कि तुसीं तां गुरियाई अपने सेवक नूं दे दित्ती है ते पुत्र तां खाली रह गए। पुत्र श्री चंद, पुत्र लक्ष्मी दास। महाराज कहन लगे ये बख्शिश ही सेवक उत्ते होनी सी, ये वस्तु ही सेवक दी है, इस करके सेवादार नूं ही मिलनी सी। जी पुत्र खाली रह गए, महाराज कहंदे खाली नहीं, पुत्र साडे घर दे विच साडी अंश वा, ये साडे पुत्र करके सत्कारे जाणगे। वेखो संगत जी, महाराज दे पुत्रां दा सत्कार क्यों ना होवे। गुरु साहब ने तां जिस मिट्टी दे उत्ते अपने चरण रख दिते वो मिट्टी सत्कारी गई। जिथे बाबा पैर धरे पूजा आसन थापण सोआ। जिस दातन नूं मुख विच पा के गड्ढ दिता वो दातन बेरी का रूप धारण कर गई ते गुरुद्वारा बेर साहब शोभनीक हो गया। आपन ते चल नीर के तीर पै दंतन धावणे आण करी, गाट दई धर होत भयो तर है अबलो बर सो बदरी। जिस पत्थर नूं अपनी शोह दे दिती वो पत्थर पंजा साहब का रूप हो गया। जिस मिट्टी दे विचों अपने चरनां दी शोह दे नाल जल प्रगट कीता वो श्री नानक झीरा साहब हो गया। संगतां अज भी पूजदियां, अज भी सत्कारदियां, अज भी दर्शन करन जांदियां। जिस कौड़े रीठे वल वेखिया मेहर दी निगाह भर के अज तीक मिठे फल देंदा है ते रीठा साहब स्थान बनिया होया। आखिया सी अपने महल साडे माता जी माता सुलखणी जी नूं गुरु घर दे तां कूकरां दे विच भी करामातां हन। गुरु घर दे तां कूकर भी सत्कारे जांदे आ, ये तां साडे पुत्र हन। इन्हां ते साडे घर विच जन्म लिया, ये साडे पुत्र करके पूजे जाणगे, सत्कारे जाणगे। महाराज साहब जी ने गुरियाई तां एक नूं ही मिलनी सी, वो सेवक नूं दे दित्ती, पर पुत्रां दा सत्कार अपने थां ते पुत्रां दे रूप दे विच सिख जगत ने कीता ते अज भी कर रहा है ते सदा करदा रहेगा। क्योंकि गुरु साहिबां ने आप सत्कार किया गुरु साहब दे साहिबजादियां। गुरु अंगद साहब महाराज ने सत्कार किया, श्री गुरु अमरदास साहब महाराज ने, श्री गुरु रामदास साहब जी ने, श्री गुरु अर्जुन देव साहब जी ने, श्री गुरु हरगोबिंद साहब महाराज ने। तो सतगुरु
महाराज ने गुरियाई बख्शनी ते 1596 तो लैकर के 1609 बिक्रमी संमत तक फिर धन श्री गुरु अंगद देव साहब महाराज ने खडूर साहब की धरती नूं भाग लाउंदियां होइयां गुरियाई कीती ते खडूर साहब की धरती च आप जी बख्शिशां वरता रहे हैं। संगतां दर्शन करन वास्ते आउंदियां, महाराज साहब दे अमृतमई दर्शन करदे, गुरु साहब जी उपदेश बख्शिश करदे। संगतां आप जी ने जो अपने मुखारबिंद तो बाणी उचारण की ना दूजे पातशाह ने, धन श्री गुरु अंगद देव साहब महाराज, वो सारी बाणी गिणती के 63 श्लोक हैं। साध संगत 63 श्लोक जो 22 वारां वा 22 वारां विचों 9 वारां दे विच श्री गुरु अंगद देव साहब महाराज की बाणी आउंदी है। गरीब नवाज सतगुरु इत्थे रहमतां वरता रहे। श्लोक महला दूजा अपने पवित्र मुखारबिंद तो आप जी बख्शिश करते हैं। नानक चिंता मत करो, चिंता तिसही है। महाराज गुरसिख संगतां नूं उपदेश देंदियां होइयां फरमाउंदे कि भाई चिंता ना करो। चिंता ते इस वाहिगुरू नूं है सारी सृष्टि दी, सारियां जीवां दी, साडी सारियां दी चिंता उस करता पुरख नूं है जिन्हें सानू पैदा किया। तुसीं चिंता ना करो। चिंता साध संगत जी 84 लाख जून दे विचों कल्ला मनुख करदा, होर कोई चिंता नहीं करता। फिकर मनुख दे हिस्से आया, चिंता मनुख दे हिस्से आई। चिंता इंसान ही करता है, कोई पंछी कोई पशु चिंता नहीं करता। उंज हैरानी वाली गल है, मनुख ने अपने वास्ते छकन छकाउण वास्ते 1 साल का राशन घर विच जमा भी किया होया, दाणियां दे भड़ोले भी भर के रखे हुए। जिहड़े पिंडां विच रहिंदे वो 1 साल की कणक रख लेंदे, शहरां वाले वो चक्की दे उत्ते जमा करा देंदे, कहिंदे भी चलो आपां उत्थों आटा पिहा के लई आवांगे। 1 साल का राशन जमा किया इंसान ने अपने छकण वास्ते, फिर भी चिंता करता पता नहीं मैनू कुछ मिलना कि नहीं मिलना, पता नहीं रोटी मिलनी कि नहीं मिलनी। 1 साल के दाने ते तू जमा करके बैठा ते हले फिर घबराई जाना। सब कुछ हुंदियां सारियां जूनां तो सियाणा मनुख नूं बनाया, अकल इनू दिती, हथ पैर इनू दिते, सारियां सहूलतां इहदे कोले आ 84 लाख जून दे विचों। पर चिंता सब तो ज़्यादा फेर ये करदा। जदों बंदे नूं समझाया महाराज ने ते उदाहरणां पशुआं दीयां दित्तियां। जदों 84 लाख जून दे सरदार नूं सिक्ख्या दित्ती ते महाराज साहब जी ने दृष्टांत प्रमाण उदाहरणां वो पशुआं पंछियां दीयां भी दित्तियां, इनू समझाउण वास्ते भी वेख पंछियां वल्ले वेख के ही तू चिंता करनी छड्ड दे। वेख निक्की जी चिड़ी वो नहीं चिंता करदी, वो अद्धा क दाना जिहड़ा है वो चुग के अध गुल्ला चिड़ी का चुगण ते वो आकाश विच उडारियां लाउंदी फिरदी है, आकाश विच उड़दी फिरदी, उहनूं कोई चिंता नहीं। ते तू चिंता दा मारिया होया अंदर वड़ के लम्मा पिया होया। निक्की जी चिड़ी जिहड़ी आकाश विच उडारियां लाउंदी फिरदी, उहनूं कोई चिंता नहीं, कोई फिक्र नहीं। महाराज साहब कहिंदे भी वो चोगा चुक के नदियां दरियावां तो पानी पी के दरख्तां ते रैण बसेरा करके ते परमेश्वर दे गीत गाउंदे पए आ पंछी। फरीदा हों बलिहारी तिन पंखियां, जंगल जिन्ना वास, कक्कर चुगण थल वसन, रब ना छोड़न पास। रब दा पासा नहीं छड्डदे, वो खुशी च गीत गाउंदे उड़दे फिरदे, उन्हां नूं कोई चिंता नहीं। कहंदी उन्हां वल्ले वेख के बंदिया तूं भी चिंता करनी छड्ड दे। वेख कोई चिड़ियां कावां ने, कोई पंछियां ने, उन्होंने कोई दाने नहीं सांभ के रखे हुए, कोई चोगा नहीं इकट्ठा करके रखा होया, कोई दौलत नहीं इकट्ठी करके रखी,
ਉਹਨਾਂ ਦੀ ਵੀ ਪਾਲਣਾ ਹੋ ਰਹੀ ਹੈ ਤੇ ਤੂੰ ਚਿੰਤਾ ਕਰੀ ਜਾਂਦਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਇਹ ਗੱਲ ਦਾ ਪਤਾ ਪੰਛੀਆਂ ਨੂੰ ਤੇ ਹੈ ਕਿ ਜਿਹਨੇ ਅੱਜ ਚੋਗਾ ਦਿੱਤਾ, ਜਿਹਨੇ ਅੱਜ ਪੀਣ ਲਈ ਪਾਣੀ ਦਿੱਤਾ, ਉਹਨੇ ਕੱਲ ਨੂੰ ਵੀ ਦੇਣਾ ਵਾ। ਤੇ ਬੰਦਿਆ ਤੈਨੂੰ ਨਹੀਂ ਇਹ ਭਰੋਸਾ, ਤੈਨੂੰ ਨਹੀਂ ਇਹ ਯਕੀਨ ਵੀ ਜਿਹਨੇ ਅੱਜ ਦਿਨ ਚੜਾਇਆ, ਜਿਹਨੇ ਇਹ ਸੂਰਜ ਨੂੰ ਉਦੇ ਕੀਤਾ, ਜਿਸ ਨੇ ਹਵਾ ਦਿੱਤੀ ਹੈ, ਜਿਸ ਨੇ ਆਕਸੀਜਨ ਦਿੱਤੀ ਹੈ, ਜਿਸ ਨੇ ਜਨਮ ਦਿੱਤਾ, ਜਿਹਨੇ ਜ਼ਿੰਦਗੀ ਦਿੱਤੀ ਹੈ, ਉਹਨੇ ਅੱਜ ਵੀ ਸ਼ਗਨ ਨੂੰ ਦੇਣਾ, ਉਹਨੇ ਕੱਲ ਵੀ ਦੇਣਾ। ਉਸ ਨੂੰ ਸਾਰੀ ਸ੍ਰਿਸ਼ਟੀ ਦਾ ਫਿਕਰ ਹੈ। ਤੈਨੂੰ ਤੇ ਆਪਣਾ ਹੋਵੇਗਾ, ਆਪਣੇ ਪਰਿਵਾਰ ਦਾ ਹੋਵੇਗਾ, ਆਪਣੇ ਧੀਆਂ ਪੁੱਤਾਂ ਦਾ ਹੋਵੇਗਾ, ਪਰ ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਉਹਨੂੰ ਸਾਰੀ ਸ੍ਰਿਸ਼ਟੀ ਦੀ ਚਿੰਤਾ ਹੈ। ਨਾਨਕ ਚਿੰਤਾ ਸੋ ਕਰੇ ਜਿਨ ਉਪਾਇਆ ਜਗ, ਤਿਸ ਜੋ ਹਾਰੀ ਸਵਸਤ ਤਿਸ, ਤਿਸ ਦੀ ਬਾਣਿਆ ਭੱਗ। ਮਹਾਰਾਜ ਕਹਿੰਦੇ ਪੰਛੀ ਤਾਂ ਪੱਲੇ ਵੀ ਨਹੀਂ ਬਣਦੇ, ਤੇਰੇ ਜੇਬ ਵਿੱਚ ਰੁਪਈਏ ਹੁੰਦੇ ਤੂੰ ਫਿਰ ਵੀ ਫਿਕਰ ਕਰੀ ਜਾਂਦਾ। ਪਰੰਦਏ ਨਾ ਗਿਰਾਹਾ ਜਾਰ, ਦਰਖਤ ਆਬ ਆਸ ਕਰ, ਦੇਹੰਦ ਸੋਈ ਏਕ ਤੁਈ, ਏਕ ਤੁਈ। ਪੰਛੀ ਫਿਰ ਵੀ ਕਹਿੰਦੇ ਵੀ ਦੇਣ ਵਾਲਾ ਹੈ ਉਹ ਮਾਲਕ। हे ਵਾਹਿਗੁਰੂ, ਇੱਕ ਤੂੰ ਹੀ ਹੈ, ਇੱਕ ਤੂੰ ਹੀ ਹੈ, ਇੱਕ ਤੂੰ ਦਾਤਾ। ਮਹਾਰਾਜ ਕਹਿੰਦੇ ਇਸ ਗੱਲ ਦਾ ਭਰੋਸਾ ਪੰਛੀਆਂ ਨੂੰ ਹੈ, ਪਰਿੰਦਿਆਂ ਨੂੰ ਹੈ, ਪਰ ਬੰਦਿਆ ਤੂੰ ਤਾਂ ਭਰੋਸਾ ਨਹੀਂ ਕਰਦਾ, ਤੂੰ ਚਿੰਤਾ ਕਰੀ ਜਾਂਦਾ ਹੈ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਅੱਜ ਉਪਦੇਸ਼ ਸਾਨੂੰ ਦੇ ਰਹੇ ਆ, ਸਾਰੀ ਸ੍ਰਿਸ਼ਟੀ ਨੂੰ, ਸਾਰੇ ਸੰਸਾਰ ਨੂੰ, ਸਾਨੂੰ ਸਾਰਿਆਂ ਨੂੰ, ਕਿ ਭਾਈ ਚਿੰਤਾ ਨਾ ਕਰੋ, ਚਿੰਤਨ ਕਰਿਆ ਕਰੋ। ਚਿੰਤਾ ਨਾ ਕਰੋ, ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਕਰੋ, ਉਹਦਾ ਚਿੰਤਨ ਕਰਿਆ ਕਰੋ, ਸਿਮਰਨ ਕਰਿਆ ਕਰੋ। ਚਿੰਤਾ ਉਸ ਨੂੰ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਚਿੰਤਾ ਭਾਈ ਮਤਾ ਕਰੋ, ਨਾ ਕਰੋ ਚਿੰਤਾ, ਕਿਉਂਕਿ ਚਿੰਤਾ ਇਸ ਪਰਮੇਸ਼ਰ ਵਾਹਿਗੁਰੂ ਨੂੰ ਹੈ ਸਾਰਿਆਂ ਜੀਵਾਂ ਦੀ ਰੋਜੀ ਰੋਟੀ ਦੀ। ਉਸ ਪਰਮੇਸ਼ਰ ਨੇ ਤਾਂ ਪਾਣੀ ਵਿੱਚ ਵੀ ਜੰਤੂ ਪੈਦਾ ਕੀਤੇ। ਇਹ ਮਨੁੱਖ ਤੂੰ ਤਾਂ ਘਰ ਵਿੱਚ ਬੈਠਾ ਹੋਇਆ ਹੈ, ਮਹਿਲਾਂ ਦੇ ਵਿੱਚ, ਕੋਠੀਆਂ ਦੇ ਵਿੱਚ ਬੈਠਾ ਹੋਇਆ ਹੈ, ਪਰ ਉਹ ਪਰਮੇਸ਼ਰ ਨੇ ਤਾਂ ਜਲ ਵਿੱਚ, ਪਾਣੀ ਦੇ ਵਿੱਚ ਵੀ, ਦਰਿਆਵਾਂ ਵਿੱਚ, ਨਦੀਆਂ ਵਿੱਚ, ਸਮੁੰਦਰਾਂ ਦੇ ਵਿੱਚ ਜੀਵ ਜੰਤੂ ਪੈਦਾ ਕੀਤੇ ਹਨ। ਉਹਨਾਂ ਨੂੰ ਕੋਈ ਚਿੰਤਾ ਨਹੀਂ ਜਿਹੜੇ ਪਾਣੀਆਂ ਦੇ ਵਿੱਚ ਵਾ, ਕਿਉਂਕਿ ਉਹਨਾਂ ਨੂੰ ਵੀ ਰੋਜੀ ਉਹ ਪਰਮੇਸ਼ਰ ਦੇ ਰਿਹਾ ਹੈ। 42 ਲੱਖ ਜੂਨਾਂ ਸੁੱਕੇ ਦੇ ਉੱਤੇ, ਕੁਝ ਆਕਾਸ਼ ਦੇ ਵਿੱਚ ਵਾ, ਤੇ 42 ਲੱਖ ਜੂਨਾਂ ਪਾਣੀ ਦੇ ਵਿੱਚ ਵਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਖਿਆ, ਭਗਤ ਨਾਮਦੇਵ ਜੀ ਦਾ ਬਚਨ ਹੈ, 42 ਲੱਖ ਜੀ ਜਲ ਮਹਿ ਹੋਤੇ, ਬੀਠਲ ਪਹਿਲਾ ਕਾਏ ਕਰੋ। ਉਹ ਜਿਹੜੇ 42 ਲੱਖ ਜੀਵ ਜੰਤੂ ਪਾਣੀ ਦੇ ਵਿੱਚ, ਉਹਨਾਂ ਦੀ ਪਾਲਣਾ ਵੀ ਉਹ ਪਰਮੇਸ਼ਰ ਕਰ ਰਿਹਾ ਹੈ। ਤਿਨਾਂ ਭੇ ਰੋਜੀ ਦੇ, ਉਹਨਾਂ ਨੂੰ ਵੀ ਰੋਜੀ ਰੋਟੀ ਉਹ ਪਰਮੇਸ਼ਰ ਹੀ ਉੱਥੇ ਦਿੰਦਾ ਹੈ। ਉੱਥੇ ਸਮੁੰਦਰਾਂ ਦੇ ਵਿੱਚ, ਦਰਿਆਵਾਂ ਦੇ ਵਿੱਚ, ਪਾਣੀ ਦੇ ਵਿੱਚ ਹੱਟ ਨਾ ਚੱਲਈ। ਉੱਥੇ ਕੋਈ ਹੱਟੀ ਨਹੀਂ ਚੱਲਦੀ ਹੈ, ਕੋਈ ਉੱਥੇ ਦੁਕਾਨਾਂ ਨਹੀਂ ਹਨ ਪਾਣੀ ਦੇ ਵਿੱਚ, ਤੇ ਨਾ ਉੱਥੇ ਕੋਈ ਖੇਤੀ ਕਰਦਾ, ਉੱਥੇ ਕੋਈ ਜ਼ਿਮੀਂਦਾਰ ਵੀ ਨਹੀਂ ਕਰਦਾ। ਸਮੁੰਦਰਾਂ ਦੇ ਵਿੱਚ, ਪਾਣੀ ਦੇ ਥੱਲੇ ਕੋਈ ਖੇਤੀ ਵੀ ਨਹੀਂ ਕਰਦਾ ਹੈ, ਤੇ ਨਾ ਉਹਨਾਂ ਜੀਵਾਂ ਜੰਤੂਆਂ ਕੋਲੇ ਕੋਈ ਸੌਦਾ ਹੀ ਹੈ। ਵੇਖੋ, ਚਿੰਤਾ ਨਹੀਂ ਕਰਦੇ ਜਿਨ੍ਹਾਂ ਕੋਲੇ ਸੌਦਾ ਕੋਈ ਨਹੀਂ, ਤੇ ਤੂੰ ਸੌਦਾ ਵੀ ਘਰੇ ਇਕੱਠਾ ਕੀਤਾ ਹੋਇਆ ਵਾ, ਫਿਰ ਵੀ ਚਿੰਤਾ ਕਰੀ ਜਾਂਦਾ। ਦੁਕਾਨਾਂ ਭਰੀਆਂ ਪਈਆਂ, ਬਾਜ਼ਾਰ ਭਰੇ ਪਏ ਸੌਦੇ ਦੇ ਹੈ। ਜੇ ਪੈਸੇ ਕਿਸੇ ਵੇਲੇ ਮੌਕੇ ਨਹੀਂ ਵੀ ਕੋਲੇ ਹੁੰਦੇ, ਉਧਾਰ ਸੁਧਾਰ ਵੀ ਲੈ ਲਈਦਾ। ਜਿਸ ਵੇਲੇ ਮਾਇਆ ਹੁੰਦੀ ਉਦੋਂ ਦੇ ਦਈਦੇ ਦੁਕਾਨ ਵਾਲੇ। ਸੌਦਾ ਹੈ ਤੇਰੇ ਕੋਲੇ, ਦੁਕਾਨਾਂ 'ਚ, ਬਾਜ਼ਾਰਾਂ, ਖੇਤੀ ਵੀ ਤੂੰ ਕਰਦਾ ਹੈ, ਫਸਲਾਂ ਸਭ ਕੁਝ ਹੈ, ਪਰ ਜਿੱਥੇ ਖੇਤੀ ਨਹੀਂ ਹੁੰਦੀ, ਜਿੱਥੇ ਸੌਦਾ ਨਹੀਂ, ਉਹਨਾਂ ਨੂੰ ਕੋਈ ਚਿੰਤਾ ਨਹੀਂ, ਕਿਉਂਕਿ ਉਹਨਾਂ ਦੀ ਵੀ ਪਾਲਣਾ ਕਰਨ ਵਾਲਾ ਉਹ ਦਾਤਾ ਹੈ। ਮਹਾਰਾਜ ਕਹਿੰਦੇ ਉੱਥੇ
ਦਰਿਆਵਾਂ ਦੇ ਵਿੱਚ, ਸਮੁੰਦਰਾਂ ਦੇ ਵਿੱਚ, ਪਾਣੀ ਦੇ ਵਿੱਚ ਨਾ ਕੋਈ ਲੈਣ ਦੇਣ ਹੀ ਹੁੰਦਾ ਇੱਕ ਦੂਜੇ ਨਾਲ। ਇੱਥੇ ਤੂੰ ਤਾਂ ਲੈਣ ਦੇਣ ਵੀ ਕਰ ਲੈਂਦਾ ਨਾ, ਤੇ ਕੋਈ ਵਸਤੂ ਆਪਣੇ ਘਰ ਵਿੱਚ ਨਾ ਹੋਵੇ ਤੇ ਆਂਢੋ ਗੁਆਂਢੋਂ ਵੀ ਫੜ ਲਈਦੀ ਹੈ ਕਈ ਵਾਰੀ। ਫਿਰ ਜਿਸ ਵੇਲੇ ਹੋਵੇ ਉਸ ਵੇਲੇ ਉਹਨਾਂ ਨੂੰ ਵਾਪਸ ਕਰ ਦੇਈਦੀ ਹੈ। ਲੈਣ ਦੇਣ ਚੱਲਦਾ ਇੱਕ ਦੂਸਰੇ ਦੇ ਨਾਲ, ਪਰਿਵਾਰ ਦੇ ਵਿੱਚ, ਆਂਢ ਗੁਆਂਢ ਦੇ ਨਾਲ। ਤਾਂ ਉੱਥੇ ਮਹਾਰਾਜ ਕਹਿੰਦੇ ਸਮੁੰਦਰਾਂ ਦੇ ਵਿੱਚ ਨਾ ਕੋ ਲਏ ਨਾ ਦੇ, ਉੱਥੇ ਤੇ ਨਾ ਕੋਈ ਲੈਂਦਾ ਹੈ ਤੇ ਨਾ ਕੋਈ ਦਿੰਦਾ ਹੈ, ਨਾ ਉੱਥੇ ਸੌਦਾ ਹੀ ਹੈ, ਮੂਲ ਉੱਕਾ ਹੀ ਨਹੀਂ ਹੈ ਸੌਦਾ ਉੱਥੇ, ਨਾ ਉੱਥੇ ਧਾਰ ਸੁਧਾਰ ਹੀ ਹੈ ਕੋਈ, ਨਾ ਕੋਈ ਹੱਟੀ ਹੈ, ਨਾ ਕੋਈ ਉੱਥੇ ਖੇਤੀ ਕਰਦਾ ਹੈ। ਉੱਥੇ ਸਮੁੰਦਰਾਂ ਦੇ ਵਿੱਚ, ਪਾਣੀਆਂ ਦੇ ਵਿੱਚ ਜੀਵਾਂ ਦਾ ਜਿਹੜਾ ਭੋਜਨ ਹੈ ਨਾ, ਉਹ ਜੀਵ ਹੀ ਕੀਤੇ ਹੋਏ ਆ ਪਰਮੇਸ਼ਰ ਨੇ। ਜੀਵਾਂ ਦਾ ਆਹਾਰ ਜੀ ਹੀ ਕੀਤੇ ਹਨ। ਐਸਾ ਉਹ ਪਰਮੇਸ਼ਰ ਵਾਹਿਗੁਰੂ ਨੇ ਸਭ ਦੀ ਰੋਜੀ ਰੋਟੀ ਦਾ ਪ੍ਰਬੰਧ ਕੀਤਾ ਹੈ। ਇਸ ਤਰ੍ਹਾਂ ਦਾ ਹੀ ਉਹ ਖਾਣਾ ਕਰਦੇ ਹਨ, ਕਿਉਂਕਿ ਕਰਤਾ ਪੁਰਖ ਨੇ ਕਿਸੇ ਨੂੰ ਸ਼ਾਕਾਹਾਰੀ ਬਣਾਇਆ ਹੈ, ਕਿਸੇ ਨੂੰ ਮਾਸਾਹਾਰੀ ਬਣਾਇਆ ਹੈ। ਕੋਈ ਮਿੱਟੀ ਦੇ ਵਿੱਚ ਮਿੱਟੀ ਹੀ ਖਾਈ ਜਾਂਦੇ ਹਨ, ਕਈ ਐਸੇ ਵੀ ਜੀਵ ਜੰਤੂ ਜਿਹੜੇ ਮਿੱਟੀ ਵਿੱਚ ਹੀ ਰਹਿੰਦੇ ਤੇ ਮਿੱਟੀ ਉਹਨਾਂ ਦੀ ਖੁਰਾਕ ਬਣਾਈ। ਇੱਕ ਮਿੱਟੀਆ ਮਹਿ ਮਿੱਟੀਆ ਖਾਹੇ, ਇੱਕ ਪੌਣ ਸਮਾਰੀ ਪੌਣ ਸਮਾਰ, ਇੱਕ ਨਿਰੰਕਾਰੀ ਨਾਮ ਆਧਾਰ। ਸਾਰਿਆਂ ਦਾ ਵੱਖਰਾ ਵੱਖਰਾ ਭੋਜਨ ਹੈ। ਇੱਕ ਮਾਸਹਾਰੀ, ਇੱਕ ਤ੍ਰਿਣ ਖਾਹੇ। ਇੱਕ ਮਾਸਾਹਾਰੀ ਆ ਤੇ ਇੱਕ ਘਾਹ ਖਾਣ ਵਾਲੇ। ਜਿਹੜੇ ਮਾਸਾਹਾਰੀ ਉਹ ਸਿਰਫ ਮਾਸ ਹੀ ਖਾਣਗੇ, ਜਿਹੜੇ ਘਾਹ ਪੱਠਾ ਖਾਣ ਵਾਲੇ ਉਹ ਘਾਹ ਹੀ ਖਾਣਗੇ, ਮਾਸ ਨਹੀਂ ਖਾਂਦੇ। ਇੱਕ ਮਾਸਹਾਰੀ, ਇੱਕ ਤ੍ਰਿਣ ਖਾਹੇ। ਪਰ ਇੱਕ ਇਹ ਮਨੁੱਖ ਵਾ, ਇਹਦਾ ਜਿੱਥੇ ਦਾ ਲੱਗੇ ਸਾਰੇ ਹੀ ਖਾ ਲੈਂਦਾ ਹੈ। ਇਹ ਮਾਸਾਹਾਰੀ ਵੀ ਬਣ ਜਾਂਦਾ, ਸ਼ਾਕਾਹਾਰੀ ਵੀ ਬਣ ਜਾਂਦਾ ਹੈ। ਪਰ ਸ਼ੇਰ ਮਾਸ ਖਾਂਦਾ ਵਾ, ਉਹ ਘਾਹ ਨਹੀਂ ਖਾਂਦਾ। ਗਾਵਾਂ ਮੱਝਾਂ ਘਾਹ ਪੱਠਾ ਖਾਂਦੀਆਂ, ਉਹ ਮਾਸ ਨਹੀਂ ਖਾਂਦੀਆਂ। ਪਰਮੇਸ਼ਰ ਵਾਹਿਗੁਰੂ ਦੇ ਹੁਕਮ ਦੇ ਵਿੱਚ ਕਿਸੇ ਨੂੰ ਉਹਨੇ ਮਾਸਾਹਾਰੀ ਬਣਾਇਆ। ਇੱਲਾਂ ਵਾਂ, ਬਾਜ ਆ, ਚਰਗਾ ਵਾਂ, ਕੋਹੀਆਂ ਵਾਂ। ਮਹਾਰਾਜ ਕਹਿੰਦੇ ਵੀ ਇਹ ਮਾਸ ਖਾਣ ਵਾਲੇ, ਇਹਨਾਂ ਨੂੰ ਮਾਸ ਖਾਣ ਵਾਲੇ ਬਣਾਇਆ। ਇਹਨਾਂ ਦਾ ਸੁਭਾਵਕ ਜਿਹੜਾ ਖੁਰਾਕ ਮਾਸ ਵਾ, ਤੇ ਗਾਵਾਂ ਮੱਝਾਂ ਭੇਡਾਂ ਬੱਕਰੀਆਂ ਇਹਨਾਂ ਦੀ ਖੁਰਾਕ ਘਾਹ ਪੱਠਾ। ਜੋ ਨਿਯਮ ਹੈ ਉਹ ਤਾਂ ਇਹੀ ਰੱਖਿਆ ਪਰਮੇਸ਼ਰ ਨੇ। ਪਰ ਜੇ ਉਹ ਚਾਹਵੇ ਤੇ ਅਦਲਾ ਬਦਲੀ ਵੀ ਕਰ ਸਕਦਾ, ਆਪ ਕਰ ਸਕਦਾ। ਉਹ ਮਾਸ ਖਾਣ ਵਾਲਿਆਂ ਨੂੰ ਘਾਹ ਵੀ ਖਵਾ ਸਕਦਾ, ਘਾਹ ਖਾਣ ਵਾਲਿਆਂ ਨੂੰ ਮਾਸ ਵੀ ਖਵਾ ਸਕਦਾ। ਉਹ ਵੱਖਰੀ ਗੱਲ ਹੈ। ਪਰ ਇਹ ਸਦਾ ਨਹੀਂ ਉਹ ਕਰਦਾ, ਇਹ ਕਦੇ ਕਦੇ ਕਰਦਾ ਹੈ। ਜਿਹੜਾ ਸਦਾ ਦਾ ਨਿਯਮ ਹੈ, ਉਹ ਸ਼ੇਰ ਮਾਸ ਹੀ ਖਾਵੇਗਾ, ਘਾਹ ਨਹੀਂ ਖਾਵੇਗਾ। ਭੁੱਖਾ ਤੇ ਮਰ ਜਾਵੇਗਾ, ਪਰ ਸ਼ੇਰ ਦੀ ਖੁਰਾਕ ਮਾਸ ਹੀ ਹੈ। ਗਾਂ ਘਾਹ ਹੀ ਖਾਵੇਗੀ। ਪਰਮੇਸ਼ਰ ਚਾਵੇ ਤੇ ਉਹ ਕਦੇ ਕਦੇ ਫਿਰ ਐਸਾ ਭਾਣਾ ਵਰਤਾਉਂਦਾ ਹੈ ਆਪਣੇ ਹੁਕਮ ਦੇ ਵਿੱਚ। ਸਿੰਘਾਂ, ਬਾਜਾਂ, ਚਰਗਾਂ, ਕੁਹੀਆਂ ਇਹਨਾਂ ਖਵਾਲੇ ਘਾਹ, ਘਾਹੋ ਖਾਣ ਤੇ ਨਾ ਮਾਸ ਖਵਾਲੇ, ਇਹ ਚਲਾਏ ਰਾਹ। ਉਹ ਇੱਕ ਵੱਖਰੀ ਗੱਲ ਹੈ। ਪਰ ਸੁਤੇ ਸਿੱਧ ਜੋ ਨੇ ਰਚਨਾ ਕੀਤੀ ਹੈ, ਉਹਦੇ 'ਚ ਇਕਣਾ ਦੀ ਖੁਰਾਕ ਉਹਨੇ ਮਾਸ ਹੀ ਬਣਾਈ ਹੈ। ਉਹ ਫਿਰ ਜੀਵਾਂ ਦਾ ਆਹਾਰ ਹੀ ਉਹ ਜੀਵ ਆ। ਵੱਡੇ ਜੀਵ ਜਿਹੜੇ ਉਹ ਛੋਟਿਆਂ ਨੂੰ ਖਾਈ ਜਾਂਦੇ, ਛੋਟੇ ਅੱਗੇ ਹੋਰ ਛੋਟਿਆਂ ਨੂੰ ਖਾਈ ਜਾਂਦੇ। ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ, ਇਹੋ ਹੀ ਉਹਨਾਂ ਦਾ ਖਾਣਾ ਕਰਤਾ ਪੁਰਖ ਨੇ ਕੀਤਾ ਤੇ ਉਹ ਖਾਂਦੇ ਹਨ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿੰਦੇ, ਭਾਈ ਵੇਖੋ ਸਮੁੰਦਰਾਂ ਦੇ ਵਿੱਚ ਕਰਤਾ ਪੁਰਖ ਨੇ ਜੀਵ ਪੈਦਾ ਕੀਤੇ ਹਨ। ਉਹਨਾਂ ਸਮੁੰਦਰਾਂ ਵਿੱਚ ਪੈਦਾ ਕੀਤੇ ਹੋਇਆਂ ਦੀ ਵੀ ਸਾਰ ਪਰਮੇਸ਼ਰ ਕਰਦਾ ਹੈ। ਸਾਰ ਤੋਂ ਭਾਵ ਉਹਨਾਂ ਦੀ ਸਾਂਭ ਸੰਭਾਲ ਕਰਦਾ ਹੈ, ਉਹਨਾਂ ਦੀ ਖਬਰਦਾਰੀ ਕਰਦਾ ਹੈ, ਉਹਨਾਂ ਦਾ ਪੂਰਾ ਪੂਰਾ ਪਤਾ ਰੱਖਦਾ ਹੈ ਕਿ ਇਹਨਾਂ ਨੂੰ ਸਮੇਂ ਸਿਰ ਖੁਰਾਕ ਦੇਣੀ ਹੈ। ਸਭ ਤੋਂ ਵੱਡਾ ਪ੍ਰਬੰਧਕ ਉਹ ਕਰਤਾ ਪੁਰਖ ਆਪ ਹੀ ਹੈ। ਉਹਦੇ ਪ੍ਰਬੰਧ ਵਿੱਚ ਕਦੇ ਕੋਈ ਫਰਕ ਨਹੀਂ ਪੈਂਦਾ, ਨਹੀਂ ਤੇ ਹਰ ਇੱਕ ਦੇ ਪ੍ਰਬੰਧ ਵਿੱਚ ਫਰਕ ਪੈ ਜਾਂਦਾ ਹੈ। ਦੇਸ਼ ਚਲਾਉਣ ਵਾਲਿਆਂ ਦੇ ਪ੍ਰਬੰਧ ਵਿੱਚ ਵੀ ਫਰਕ ਪੈ ਜਾਂਦਾ ਹੈ।
ਵੱਡੇ ਵੱਡੇ ਦੇਸ਼ ਜਿਹੜੇ ਆ ਉਹਨਾਂ ਦੀ ਇਹ ਅਰਥ ਵਿਵਸਥਾ ਜਿਹੜੀ ਉਹ ਡਾਵਾਂਡੋਲ ਹੋ ਜਾਂਦੀ ਹੈ। ਜੋ ਕੁਝ ਜਿਵੇਂ ਸ਼੍ਰੀਲੰਕਾ ਵਿੱਚ ਵਾਪਰਿਆ ਪਿਆ ਹੈ, ਔਰ ਇਕੱਲੇ ਸ਼੍ਰੀਲੰਕਾ ਦੀ ਗੱਲ ਨਹੀਂ, ਕਈ ਦੇਸ਼ਾਂ ਦਾ ਜਿਹੜਾ ਪ੍ਰਬੰਧ ਉਹ ਡਾਵਾਂਡੋਲ ਹੋਇਆ ਪਿਆ। ਪ੍ਰਬੰਧ ਵਿੱਚ ਫਰਕ ਪੈ ਜਾਂਦਾ ਹੈ, ਘਰਾਂ ਵਿੱਚ ਵੀ ਪੈਂਦਾ ਹੈ, ਸਭਾ ਸੁਸਾਇਟੀਆਂ 'ਚ ਵੀ ਪੈਂਦਾ ਹੈ, ਪਰ ਇੱਕੋ ਇੱਕ ਸਭ ਤੋਂ ਵੱਡਾ ਪ੍ਰਬੰਧਕ ਉਹ ਕਰਤਾ ਪੁਰਖ ਆਪ ਹੈ, ਜਿਹਦੇ ਪ੍ਰਬੰਧ ਵਿੱਚ ਕਦੇ ਫਰਕ ਨਹੀਂ ਪੈਂਦਾ। ਉਹ ਜੀਵ ਨੂੰ ਬਾਅਦ ਵਿੱਚ ਪੈਦਾ ਕਰਦਾ ਹੈ, ਉਹਦੀ ਖੁਰਾਕ ਨੂੰ ਪਹਿਲਾਂ ਪੈਦਾ ਕਰਦਾ ਹੈ। ਮਹਾਰਾਜ ਕਹਿੰਦੇ, ਭਾਈ ਮਰਦਾਨਿਆ ਜੀ ਮਹਾਰਾਜ ਜਦੋਂ ਜੀਵਾਂ ਨੂੰ ਉਤਾਰਦੇ ਜਾ ਰਹੇ ਸੀ, ਸਤਿਗੁਰੂ ਜੀ, ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਮਹਾਰਾਜ ਦੇ ਨਾਲ, ਕਹਿੰਦੇ ਭਾਈ ਮਰਦਾਨਿਆ ਕਰਤਾਰ ਨੇ ਸਰੀਰ ਬਾਅਦ ਵਿੱਚ ਪੈਦਾ ਕੀਤੇ ਆ ਤੇ ਸਰੀਰਾਂ ਦੀ ਖੁਰਾਕ ਪਹਿਲਾਂ ਪੈਦਾ ਕੀਤੀ। ਜੀਵ ਨੂੰ ਬਾਅਦ ਵਿੱਚ ਪੈਦਾ ਕਰਦਾ ਵਾ, ਭੋਜਨ ਪਹਿਲਾਂ ਪੈਦਾ ਕਰਦਾ। ਮਹਾਰਾਜ ਕਹਿੰਦੇ ਵੇਖੋ, ਬੱਚੇ ਦਾ ਜਨਮ ਬਾਅਦ ਵਿੱਚ ਹੁੰਦਾ ਹੈ, ਹਾਲੇ ਕਈਆਂ ਸਾਲਾਂ ਬਾਅਦ ਹੋਣਾ ਬੱਚੇ ਦਾ ਜਨਮ। ਜਿੱਥੇ ਬੱਚੇ ਦਾ ਜਨਮ ਹੋਣਾ ਹਾਲੇ ਉਥੇ ਕੋਈ ਨਾਂ ਪਤਾ ਹੀ ਨਹੀਂ ਹੈ, ਕਈਆਂ ਸਾਲਾਂ ਬਾਅਦ। ਪਰ ਕਰਤਾ ਪੁਰਖ ਨੇ ਉਸ ਬੱਚੇ ਬੱਚੀ ਦੇ ਦੁੱਧ ਪੀਣ ਵਾਸਤੇ ਉਹਦੀ ਮਾਤਾ ਦੇ ਕੋਲੇ ਦੁੱਧ ਦਾ ਪ੍ਰਬੰਧ ਪਹਿਲਾਂ ਕੀਤਾ ਹੋਇਆ। ਕੱਲੇ ਮਨੁੱਖ ਕੋਲੇ ਹੀ ਨਹੀਂ, ਮਨੁੱਖ ਜਾਤੀ ਵਿੱਚ ਹੀ ਨਹੀਂ, ਪਸ਼ੂਆਂ ਦੇ ਵਿੱਚ ਵੀ ਇਹੀ ਹੈ। ਬੱਚੇ ਦਾ ਜਨਮ ਬਾਅਦ ਵਿੱਚ ਹੈ, ਪਰ ਉਹਦੀ ਮਾਂ ਕੋਲੇ ਉਹਦੇ ਪੀਣ ਵਾਸਤੇ ਦੁੱਧ ਦਾ ਪ੍ਰਬੰਧ ਪਹਿਲਾਂ ਕੀਤਾ ਕਰਤਾਰ ਨੇ। ਪਹਿਲੋਂ ਰਿਜ਼ਕ ਪੈਦਾ ਕਰਦਾ ਹੈ ਤੇ ਸਰੀਰ ਬਾਅਦ ਵਿੱਚ ਪੈਦਾ ਕਰਦਾ ਹੈ। ਪਹਿਲੋਂ ਦੇ ਤੈ ਰਿਜ਼ਕ ਉਪਾਹਾ, ਪਹਿਲੋਂ ਦੇ ਤੈ ਰਿਜ਼ਕ ਸੰਭਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਸੁਣ ਮਰਦਾਨੇ ਲੈ ਸਦਾ ਸਭ ਕੀ ਸੁਧ ਕਰਤਾਰ, ਦੇਹ ਬਣੀ ਪਸਚਾਤ ਹੈ ਪੂਰਬ ਬਣਾ ਆਹਾਰ। ਭਾਈ ਮਰਦਾਨਿਆ ਦੇਹ ਪਿੱਛੋਂ ਬਣੀ ਹੈ, ਇਹਦੇ ਵਾਸਤੇ ਆਹਾਰ ਪਹਿਲਾਂ ਬਣਿਆ। ਬੰਦਾ ਤੇ ਐਵੇਂ ਹੀ ਚਿੰਤਾ ਚੁੱਕੀ ਫਿਰਦਾ ਤੇ ਸਿਆਣਪਾ ਚੁੱਕੀ ਫਿਰਦਾ। ਜਾਂ ਤੇ ਚਿੰਤਾ ਹੈ ਵੀ ਪਤਾ ਨਹੀਂ ਮੇਰਾ ਕੀ ਬਣੇਗਾ, ਤੇ ਜਾਂ ਫਿਰ ਸਿਆਣਪ ਹੈ ਕਹਿੰਦਾ ਵੀ ਇੰਨੇ ਜਾਣਿਆਂ ਨੂੰ ਮੈਂ ਰੋਜੀ ਰੋਟੀ ਦੇਣਾ, ਕਿ ਜੇ ਮੈਂ ਇਹਨੂੰ ਲਾਹ ਦੇਵਾਂ ਨਾ ਨੌਕਰੀ ਤੋਂ, ਜਾਂ ਇਹਨੂੰ ਅਦਲਾ ਬਦਲੀ ਇਹਦੀ ਕਰ ਦੇਵਾਂ, ਜਾਂ ਸੱਜੇ ਖੱਬੇ ਕਰ ਦੇਵਾਂ, ਇਹ ਤਾਂ ਭੁੱਖਾ ਮਰ ਜਾਵੇਗਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨਹੀਂ ਭਾਈ, ਪਰਮੇਸ਼ਰ ਨੇ ਸਾਰਿਆਂ ਦਾ ਰਿਜ਼ਕ ਆਪਣੇ ਹੱਥ ਵਿੱਚ ਰੱਖਿਆ ਤੇ ਕੱਲੇ ਕੱਲੇ ਨੂੰ ਆਪ ਦਿੰਦਾ। ਉਹਨੇ ਕਿਸੇ ਦੇ ਉੱਤੇ ਕਿਸੇ ਨੂੰ ਨਿਰਭਰ ਕੀਤਾ ਹੀ ਨਹੀਂਗਾ। ਹਾਂ, ਸੰਸਾਰੀ ਤੌਰ ਦੇ ਉੱਤੇ ਕੋਈ ਮਾਤਾ ਹੈ, ਕੋਈ ਪਿਤਾ ਹੈ, ਕੋਈ ਵੱਡਾ ਭਰਾ ਹੈ, ਕੋਈ ਭੈਣ ਹੈ, ਉਹ ਜਿੱਥੇ ਜਿੱਥੇ ਉਹਨੇ ਡਿਊਟੀਆਂ ਲਾਈਆਂ, ਜ਼ਿੰਮੇਵਾਰੀਆਂ ਲਾਈਆਂ, ਸੇਵਾ ਲਾਈ ਹੈ, ਉਹ ਨਿਭਾਉਣੀ ਚਾਹੀਦੀ ਹੈ ਤੇ ਨਿਭਾਉਣਾ ਫਰਜ਼ ਵੀ ਹੈ। ਪਰ ਆਪਣੇ ਆਪ ਨੂੰ ਦਾਤਾ ਨਹੀਂ ਸਮਝਣਾ ਚਾਹੀਦਾ। ਦਾਤਾ ਤੇ ਇੱਕੋ ਹੀ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਈ ਵਾਰੀ ਮਾਤਾ ਪਿਤਾ ਵੀ ਇਹ ਗੱਲ ਕਹਿ ਦਿੰਦੇ ਵੀ ਜੇ ਅਸੀਂ ਨਾ ਤੁਹਾਡੀ ਪਾਲਣਾ ਕਰੀਏ ਤੇ ਤੁਸੀਂ ਭੁੱਖੇ ਹੀ ਮਰ ਜਾਓ। ਸੁਭਾਵਿਕ ਹੋ ਜਾਂਦੀ ਗੱਲ ਕਿ ਹਾਲੇ ਤੇ ਪੁੱਤ ਅਸੀਂ ਨੌਕਰੀ ਕਰਦੇ ਹਾਂ, ਹਾਲੇ ਤੇ ਸਾਡੇ ਖਾਨੇ ਤੁਸੀਂ, ਜਦੋਂ ਤੁਸੀਂ ਆਪਣੇ ਪੈਰਾਂ ਸਿਰ ਖਲੋਗੇ ਫਿਰ ਪਤਾ ਲੱਗੇਗਾ। ਜਦੋਂ ਤੁਹਾਡੇ ਸਿਰ ਤੇ ਆਈ ਨਾ ਫਿਰ ਕਹਿੰਦੇ ਪਤਾ ਲੱਗੇਗਾ। ਪਰ ਸਾਰਿਆਂ ਨੂੰ ਰਿਜ਼ਕ ਰੱਬ ਹੀ ਦੇਣ ਵਾਲਾ, ਪਰਮੇਸ਼ਰ ਹੀ ਦੇਣ ਵਾਲਾ। ਰਹਿਰਾਸ ਸਾਹਿਬ ਜੀ ਦਾ ਪਾਠ ਆਪਾਂ ਰੋਜ਼ ਕਰਦੇ ਸੁਣਦੇ ਹਾਂ, ਤੇ ਪੰਜਵੇਂ ਪਾਤਸ਼ਾਹ ਨੇ ਇੱਕ ਸ਼ਬਦ ਵਿੱਚ ਇਹ ਬਚਨ ਕਹੇ, ਜਿੱਥੇ ਇਹ ਵੀ ਆਖਿਆ ਵੀ ਪੱਥਰ ਵਿੱਚ ਵੀ ਜੀਵ ਪੈਦਾ ਕੀਤਾ, ਪਰ ਉਹ ਜੀਵ ਨੂੰ ਬਾਅਦ ਵਿੱਚ ਪੈਦਾ ਕੀਤਾ। ਪੱਥਰ ਵਿੱਚ ਉਹ ਕੀੜੇ ਨੂੰ ਬਾਅਦ ਵਿੱਚ ਪੈਦਾ ਕੀਤਾ, ਉੱਥੇ ਉਹਦੀ ਖੁਰਾਕ ਨੂੰ ਪਹਿਲਾਂ ਰੱਖਿਆ। ਖੁਰਾਕ ਪਹਿਲਾਂ ਰੱਖ ਕੇ ਤੇ ਬਾਅਦ ਵਿੱਚ ਉੱਥੇ ਕੀੜੇ ਨੂੰ ਜਨਮ ਦਿੱਤਾ ਵੀ ਇੱਥੇ ਕੀੜੇ ਨੂੰ ਪੈਦਾ ਕਰਨਾ ਤੇ ਉਹਨੂੰ ਛਕਣ ਵਾਸਤੇ ਦੇਣਾ। ਇਸੇ ਹੀ ਸ਼ਬਦ ਵਿੱਚ ਮਹਾਰਾਜ ਨੇ ਆਖਿਆ, ਨਾ ਪਰਮੇਸ਼ਰ ਨੇ ਮਾਤਾ ਦੇ ਆਸਰੇ ਤੇ ਛੱਡਿਆ
ना पिता दे आसरे ते छड्डिया, ना होर लोकां दे आंढियां गवांढियां दे आसरे ते छड्डिया, ना किसी नूं पुत्र दे आसरे ते छड्डिया, ना किसी नूं घरवाली दे आसरे ते छड्डिया। किसी नूं किसी दे आसरे ते उन्हें नहीं छड्डिया, सारिआं नूं अपने आसरे ते रख के आप रिजक दिंदा सिर बसिर। राग गूजरी महला पंजवा। काहे रे मन चितवह उद्दम, जा आहर हर जीओ भरिया। रिजक देण दे आहर विच हरी जी आप पिया होया, परमेश्वर आप इस काम विच लगा कि सारिआं नूं रिजक देना। सैल पत्थर मह जंते उपाए, ताका रिजक आगे कर धरिया। सैल, सैल दा अर्थ उस तरह कईयां गुरमुखां ने कीता खुश्क, खुश्क पत्थर। ते महापुरख सैल दा अर्थ करदे पहाड़। कहंदे कि पहाड़ दे विच जिहड़े पत्थर पैदा कीते, पहाड़ां विच भी पत्थर हुंदे हन, उत्ते किड्डा वड्डा पहाड़ ते पहाड़ दे विच पत्थर ते पत्थर दे विच कीड़ा ते उत्थे ओहदा रिजक रखिया करतार ने। किन्ने भेजिया भी उत्थे रिजक ओहदा। भगत धन्ना जी दा शब्द आसा राग दी भगत बाणी च आउंदा, ਉਹ ਕਹਿੰਦੇ पत्थर दे विच कोई सुराख नहीं, कोई रस्ता नहीं, ना तो वह कीड़ा बाहर आ सकता ते ना बाहरों कुछ अंदर नूं जा सकता। पाखण कीट गुप्त होए रहता, ता चो मार्ग नाही, ਉਹਦੇ ਚ मार्ग ही कोई नहीं है। कहे धन्ना पूरन ताहू को मातरे जी डराही। कहंदे मेरे मना तू क्यों डरी जाना, पत्थर विच राह कोई नहीं, उत्थे भी करतार उहदी पालना करी जाना। तेरे वास्ते ते राह ही उन्हें हजारा रखे, जिधर नूं मर्जी जा सकदा आ सकदा। पत्थर विच रस्ता कोई नहीं, उत्थे उहदी पालना कर रहा है। तू क्यों चिंता करदा है, क्यों डरी जाना है, मेरा की बनेगा। सैल पत्थर मह जंते उपाए, ताका रिजक आगे कर धरिया। आगे कर धरिया दा अर्थ है भी वो कीड़े नूं बाद च पैदा कीता, रिजक पहला रखिया उत्थे। मेरे माधव जी सत संगत मिले सो तरिया, गुर प्रसाद परम पद पाया, सूखे काष्ट हरिया रहाओ। जनन पिता, जनन दा अर्थ है माता, पिता प्यो। जनन पिता लोक, होर जेड़े चाचे ताए ते आंढी गवांढी लोग। सुत पुत्र, बनता घर वाली। जनन पिता लोक सुत बनता, कोई ना किस की धरिया। किसे नूं किसे दे आसरे उन्हें नहीं धरिया होया, नहीं रखिया होया। बंदा कहंदा ना हले ते मेरा आसरा तैनूं, मारे कहंदे नहीं किसे नूं किसे दा आसरा नहीं, सब नूं आसरा करतार दा। मानुख की टेक वृथी सब जान, देवन को एक है भगवान। जिसकै दिया रहे अगाए, बहुर न तृष्णा लागे आए। मारे राखै एको आप, मानुख कह किश नाही हाथ। तिसका हुक्म बूझ सुख होए, तिसका नाम रख कंठ परोए। सिमर 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 प्रभ सोए, नानक बिघन ना लागै सोए। नानक बिघन ना लागै कोय। जनन पिता लोक सुत बनता, कोय ना किसकी धरिया। सिर सिर रिजक संभाहे ठाकुर, काहे मन भौ करिया। पट्टी दा राजा दुनी चंद ये गल ही कहंदा सी ना बीबी रजनी नूं, जदों ने पुछिया सी धीओ किहदा दिता खांदियां, छेयां जिहड़ियां विआहियां होईयां सी, 6 धीआं ने आखिया पिता जी तुहाडा दिता खांदियां। 7ਵੀਂ जिहड़ी रोज जपजी साहिब दा पाठ करदी सी, आसा की वार दा पाठ करदी सी, जिन्हें पढ़िया सी कि सारियां नूं रिजक देण वाला, सबना जीआं का एक दाता, सो मैं विसर ना जाए। उन्हें आख्या पिता जी जिहदा दिता सारी सृष्टि खांदी, सारा संसार खांदा, जिहदा दिता तुसीं खांदे, ओहदा दिता ही मैं खानी है परमेश्वर दा। उन्हें कोड़ी ते पिंगले नाल विआह दिता सी। विआहिया भी कहदा सी, कहंदा सी कोड़ी पिंगला लभ के लियाओ। सिपाहियां नूं ले आए, कहंदे आ तेरा, आखन लगा ये तेरा पति आ, इहनूं लै ला ते मेरे पट्टी दे इलाके चों बाहर हो जा। मंग के प्रशादा छकदी रही। अमृतसर साहिब पहुंची, उदों हाले गुरु का चक नाम सी ते महाराज साहब जी की कला वरती। सरोवर साहिब का टक लाया सी चौथे पातशाही ने, पर सेवा हाले होण वाली सी। अगे कुछ समय वास्ते वो सेवा रुकी सी।
ਟੱਕ ਲੱਗਾ ਸੀ, ਜਿੰਨਾ ਕਿ ਉੱਥੇ ਪਟਾਈ ਕੀਤੀ ਸੀ ਕੱਚੀ ਪਟਿਆਈ ਸੀ, ਮੀਂਹ ਪੈਣ ਨਾਲ ਉਹ ਮਿੱਟੀ ਫੇਰ ਵਿੱਚ ਪੈ ਗਈ ਸੀ। ਥੋੜੇ ਜਿਹੇ ਥਾਂ ਦੇ ਵਿੱਚ ਬੇਰੀਆਂ ਦੇ ਥੱਲੇ ਉੱਥੇ ਜਲ ਇਕੱਠਾ ਹੋਇਆ ਅੰਮ੍ਰਿਤ। ਉੱਥੇ ਕਲਾ ਵਰਤੀ ਇਸ਼ਨਾਨ ਕੀਤਾ ਤੇ ਕੋੜ ਵੀ ਦੂਰ ਹੋ ਗਿਆ, ਪਿੰਗਲਾਪਣ ਵੀ ਦੂਰ ਹੋ ਗਿਆ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਉਸ ਦੁਨੀ ਚੰਦ ਰਾਜੇ ਨੂੰ ਸੱਦ ਕੇ ਉਹਨੂੰ ਉਪਦੇਸ਼ ਵੀ ਦਿੱਤਾ ਤੇ ਉਹਨੂੰ ਆਖਿਆ, ਤੇਰੇ ਘਰ ਵਿੱਚ ਪੁੱਤਰ ਕੋਈ ਨਹੀਂ, ਇਹ ਆਪਣੀ ਧੀ ਬੀਬੀ ਰਜਨੀ ਨੂੰ ਤੇ ਆਪਣੇ ਜਵਾਈ ਨੂੰ ਆਪਣੇ ਘਰੇ ਲੈ ਜਾ। ਫਿਰ ਘਰੇ ਲੈ ਗਿਆ, ਰਾਜ ਭਾਗ ਦਵਾ ਦਿੱਤਾ ਮਹਾਰਾਜ। ਤੇ ਉੱਥੇ ਜਿੱਥੇ ਦੁੱਖ ਦੂਰ ਹੋਇਆ ਉਸ ਬੇਰੀ ਦਾ ਨਾਮ ਹੀ ਉਸ ਦਿਨ ਤੋਂ ਇਤਿਹਾਸ ਵਿੱਚ ਦੁੱਖ ਭੰਜਣੀ ਬੇਰੀ ਪੈ ਗਿਆ। ਉਦੋਂ ਬਾਅਦ ਤੇ ਪਤਾ ਨਹੀਂ ਕਿੰਨਿਆਂ ਦੇ ਦੁੱਖ ਉੱਥੇ ਸਰੋਵਰ ਸਾਹਿਬ 'ਚ ਇਸ਼ਨਾਨ ਕਰਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਦੁੱਖ ਭੰਨੇ ਤੇ ਅੱਜ ਵੀ ਭੰਨ ਰਹੇ। ਸਾਰੇ ਥਾਵਾਂ ਤੇ ਮਹਾਰਾਜ ਸਾਹਿਬ ਜੀ ਆਪਣੇ ਨਾਮ ਦੀ ਬਾਣੀ ਦੀ ਕਲਾ ਪ੍ਰਗਟ ਕਰ ਰਹੇ। ਪਰ ਮਾਣ ਸੀ ਦੁਨੀ ਚੰਦ ਨੂੰ ਵੀ ਮੈਂ ਹੀ ਦੇਣ ਵਾਲਾ, ਪਰ ਗੁਰੂ ਸਾਹਿਬ ਨੇ ਆਖਿਆ ਨਹੀਂ, ਇਹ ਸਿਦਕ ਕੀਤਾ, ਇਹ ਭਰੋਸਾ ਕੀਤਾ ਤੇਰੀ ਧੀ ਨੇ ਬੀਬੀ ਰਜਨੀ ਨੇ। ਤੇ ਅਸਲੀਅਤ ਇਹ ਆ ਕਿ ਸਾਰਿਆਂ ਨੂੰ ਦੇਣ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਹੀ ਹੈ, ਉਹਦੇ ਉੱਤੇ ਬਿਨਾਂ ਦੂਜਾ ਕੋਈ ਦਾਤਾ ਨਹੀਂ। ਕਲਗੀਧਰ ਪਾਤਸ਼ਾਹ ਫਰਮਾਉਂਦੇ, ਦੀਨਨ ਕੀ ਪ੍ਰਤਿਪਾਲ ਕਰੈ, ਨਿਤ ਸੰਤਿ ਉਬਾਰ ਗਨੀਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਰਾਧਿਪ ਸਰਬ ਸਮੈ ਸਭ ਕੋ ਪ੍ਰਤਿਪਾਰੈ। पोखत है जल में थल में पल में कल के नहीं कर्म विचारे, दीन दयाल दया नित दोखन देखत है पर देत ना हारे। परमेश्वर तो बिना कोई दाता नहीं हो सकता। बंदा बंदे दा एक गुनाह वेख लवे, एक गलती वेख लवे ना कि ओदी रोटी बंद करन तीक जांदा, कहंदा कि ये बड़ा माड़ा, बड़ा ऐसी बहुत गुनाह ना भरिया होया, इनू रोटी नहीं देनी। पर कलगीधर पातशाह कहंदे परमेश्वर वड्डा दाता वा, सारियां दे औगण जानदा, वो अंतरजामी है ना, ਉਹਦੇ ਤੋਂ कोई नहीं बंदा बंदे तो लुका सकदा, रब तो की लुकावेगा। सारियां दे गुज्जे भेद भी जानदा, सारियां दी करनी करतूत चंगी भी जानदा, माड़ी भी जानदा। वो जानदा भी किहो जिहा वा इह बंदा। पर सतगुरु कहंदे भी वो कहंदा भी हिसाब किताब तेरे कर्मां दी वक्री गल आ, इह भी करांगे बाद विच। वही खाता है जिन्ने तू चंगे कर्म कीते माड़े कीते वो सारे लिखे पे आ, ਉਹਦਾ ਹਿਸਾਬ ਕਿਤਾਬ भी तेनू देवांगे, पर तेरी रोजी दी रोटी नहीं बंद करनी। वो दयालु कृपालु दीन दयाल दया निध दोखन देखत है पर देत ना हारे। दोषां नू गुनाहां नू वेखदा है पर रोजी रोटी नहीं किसी दी बंद करदा। इसे करके वो सब तो वड्डा दाता। दत्ता दाता एक है सब को देवन हार, देंदे तोट ना आवई अगणत भरे भंडार। धन श्री गुरु अंगद देव साहब महाराज कहंदे उन्हें समुद्रां विच भी पैदा कीते, उन्हां सारियां दी वो खबरसार लै रहा है। चिंता मत करो, इस करके भाई चिंता मता, चिंता कातों करदे हो? महाराज कहंदे मत करो चिंता। मत करो तो भाव है ना करो चिंता। हे भाई रोजी रोटी दी चिंता ना करो, चिंता तिस परमेश्वर नू है। चिंतन करया करो, परमेश्वर दा सिमरन करया करो, चिंता ना करो। गुरबाणी साध संगत जी आई ही संसार दे विच चिंता दूर करन वास्ते है। महाराज ने आख्या ना, धुर की बाणी आई तिन सगली चिंत मिटाई। हुण संसार विच तां बाणी आ गई, गुरबाणी दा प्रकाश है, गुरबाणी दा प्रवाह चलदा है, फिर साडी चिंता क्यों नहीं दूर हुंदी है? असीं ते चिंता दे ग्रसे होए आ। महाराज कहंदे भाई संसार विच तां बाणी आ गई है, जदों साडे हिरदे विच बाणी आवेगी चिंता साडी तां बाहर जावेगी। हिरदे विच आवेगी जदों बाणी नाल प्रेम करांगे, गुरबाणी दा नितनेम करांगे, रोज बाणी पढ़ांगे सुणांगे। ते जदों बाणी अंदर आ गई ना, धुर की बाणी आई सिख दे अंदर आ गई, जदों धुर की बाणी हिरदे विच आ गई ते फिर अंदरों चिंता तां बाहर जावे। तिन सगली चिंत मिटाई, नानक चिंता मत करो चिंता तिस ही है। फिर पता लगेगा कि जन्म तो पहला भी तो उस परमेश्वर ने पालना की सी, जदों हथ पैर नहीं सी काम करदे, पुठे लटकदे सां। माता के उदर मह प्रतिपाल करे सो क्यों मनों विसारिया, मनों क्यों विसारिया एवड दाता जी अगन मह आहार पहुँचावे। जिन्हें उदों पालना की हुण क्यों ना करेगा? तो सतगुरु महाराज कहंदे भाई चिंता ना करो।
ਪਹਿਲੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਿਰਪਾ ਕਰਦੇ ਹਨ। ਨਾਨਕ ਇਹੋ ਜੀਉ ਮਛਲੀ ਮਹਾਰਾਜ ਕਹਿੰਦੇ ਜੀਵ ਤਾਂ ਮਛਲੀ ਦੀ ਤਰ੍ਹਾਂ ਹੈ ਜੀਵਨ ਕਿਸਨਾ ਕਾਲ ਤੇ ਝੀਵਰ ਜਾਲ ਪਾਉਣ ਵਾਲਾ ਹੈ ਕਾਲ। ਇਹ ਜੀਵ ਜੋ ਤ੍ਰਿਸ਼ਨਾਲੂ ਹੈ ਮਛਲੀ ਦੀ ਤਰ੍ਹਾਂ ਹੈ, ਤ੍ਰਿਸ਼ਨਾ ਦਾ ਗਰਸਿਆ ਹੋਇਆ, ਤੇ ਝੀਵਰ ਜੋ ਮਛੇਰਾ ਹੈ ਜਾਲ ਪਾ ਕਰਕੇ ਮੱਛੀਆਂ ਨੂੰ ਫੜਨ ਵਾਲਾ ਉਹ ਕਾਲ ਹੈ, ਮੌਤ ਨੇ ਇਹ ਜੀਵ ਦੇ ਉੱਤੇ ਆਪਣਾ ਜਾਲ ਪਾ ਹੀ ਦੇਣਾ ਹੈ ਇੱਕ ਦਿਨ। ਮਨਵਾ ਆਤਮਾ ਚੇਤਈ ਇਹ ਜੀਵ ਦਾ ਮਨੁਆ ਅਗਿਆਨ ਦੇ ਸਹਿਤ ਅੰਨਾ ਹੋ ਰਿਹਾ ਹੈ, ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ। ਬੜਾ ਚਿੰਤਾ ਕਾਲ ਚਿੰਤਾ ਜਾਲ ਫੇਰ ਪੜ ਲੋ ਮਨਵਾ ਆਤਮਾ ਚੇਤਈ ਅਗਿਆਨੀ ਜੀਵ ਮਨ ਕਰਕੇ ਜੋ ਅੰਧਾ ਹੈ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ। ਬੜਾ ਚਿੰਤਾ ਜਾਲ ਪੜੈ ਪੈ ਜਾਣਾ ਇਹਦੇ ਉੱਤੇ ਅਚਨਚੇਤ ਹੀ ਜਾਲ। ਉਹ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਦੇ ਨਾਲ ਮੌਤ ਨੇ ਜਾਲ ਪਾ ਕੇ ਜੀਵ ਰੂਪੀ ਮੱਛੀ ਨੂੰ ਕਾਬੂ ਕਰ ਲੈਣਾ। ਇਹਨੂੰ ਪਤਾ ਹੀ ਨਹੀਂ ਲੱਗਣਾ ਕਿਹੜੇ ਵੇਲੇ ਅੰਤਲਾ ਸਮਾਂ ਆ ਜਾਣਾ ਹੈ। ਨਾਨਕ ਚਿਤ ਅਚੇਤ ਹੈ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੀਵ ਦਾ ਚਿੱਤ ਜਿਹੜਾ ਹੈ ਇਹ ਗਾਫਲ ਹੋ ਰਿਹਾ, ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ, ਅਚੇਤ ਹੋ ਰਿਹਾ ਹੈ। ਚਿੰਤਾ ਬਤਾ ਜਾਏ ਸਤਿਗੁਰੂ ਕਹਿੰਦੇ ਚਿੰਤਾ ਦੇ ਵਿੱਚ ਤਾਂ ਹੀ ਇਹ ਬੱਧਾ ਹੋਇਆ, ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ। ਜਦੋਂ ਇਹਨੇ ਪਰਮੇਸ਼ਰ ਦਾ ਚੇਤਾ ਕਰਨਾ ਭੁਲਾ ਦਿੱਤਾ ਤਾਂ ਇਹਨੂੰ ਚਿੰਤਾ ਹੈ। ਜਦੋਂ ਇਹ ਚੇਤੇ ਕਰਨ ਲੱਗ ਪਵੇਗਾ ਇਹਦੀ ਚਿੰਤਾ ਦੂਰ ਹੋ ਜਾਣੀ। ਚਿੰਤਾ ਹੈ ਹੀ ਤਾਂ ਕਿਉਂਕਿ ਪਰਮੇਸ਼ਰ ਦਾ ਚੇਤਾ ਭੁਲਾ ਦਿੱਤਾ। ਵਾਹਿਗੁਰੂ ਦਾ ਚਿੰਤਨ ਕਰਨ ਲੱਗ ਪਵੇਗਾ ਚਿੰਤਾ ਦੂਰ ਹੋ ਜਾਵੇਗੀ। ਜੇ ਚੇਤੇ ਨਹੀਂ ਕਰਦਾ ਫਿਰ ਚਿੰਤਾ ਦਾ ਬੱਧਾ ਹੋਇਆ ਇਹ ਪਰਲੋਕ ਨੂੰ ਚਲੇ ਜਾਂਦਾ ਹੈ ਚਿੰਤਾਵਾਂ ਲੈ ਕਰਕੇ। ਨਦਰ ਕਰੇ ਜੇ ਆਪਣੀ ਜੇ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਕਰੇ ਤਾਂ ਆਪੇ ਰਹਿ ਲਾਏ ਆਪਣੀ ਤੋਂ ਅੱਗੇ ਫੇਰ ਪੜੋ ਤਾਂ ਆਪੇ ਰਹਿ ਲਾਏ ਤਾਂ ਫਿਰ ਉਹ ਪਰਮੇਸ਼ਰ ਵਾਹਿਗੁਰੂ ਜੀ ਆਪ ਇਸ ਨੂੰ ਮਿਲਾ ਲਵੇਗਾ ਕਿਉਂਕਿ ਆਪਣੀ ਤੇ ਵਿਸਰਾਮ ਲੱਗ ਗਿਆ। ਨਜ਼ਰ ਕਰੇ ਜੇ ਆਪਣੀ, ਜੇ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਕਰੇ ਤਾਂ ਆਪੇ ਲਏ ਮਿਲਾਏ, ਤਾਂ ਆਪ ਹੀ ਸਤ ਸੰਗਤ ਵਿੱਚ ਆਪਣੇ ਸ਼ਬਦ ਨਾਲ ਮਿਲਾ ਲੈਂਦੇ ਹਨ। ਪੌੜੀ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ। ਸੇ ਜਨ ਸੱਚੇ ਸਦਾ ਸਦਾ ਉਹ ਜਨ ਸੱਚੇ ਹਨ ਸਦਾ ਸਦਾ ਵਾਸਤੇ ਜਿਨੇ ਹਰ ਰਸ ਕੀਤਾ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਰਸ ਨੂੰ ਪੀਣਾ ਕੀਤਾ ਹੈ। ਗੁਰਮੁਖ ਸੱਚਾ ਮਨ ਵਸੈ ਗੁਰੂ ਕੀ ਕਿਰਪਾ ਨਾਲ ਗੁਰਮੁਖਾਂ ਦੇ ਮਨ ਵਿੱਚ ਸੱਚਾ ਵਾਹਿਗੁਰੂ ਦਾ ਨਾਮ ਵਸ ਗਿਆ। ਸਤ ਸੌਦਾ ਕੀਤਾ ਉਹਨਾਂ ਨੇ ਸੱਚੇ ਨਾਮ ਨੂੰ ਵਿਹਾਜਨ ਰੂਪੀ ਇਹ ਸੌਦਾ ਕੀਤਾ ਹੈ। ਉਹ ਸੱਚੇ ਸੌਦੇ ਨੂੰ ਉਹਨਾਂ ਨੇ ਖਰੀਦਿਆ ਹੈ, ਸੱਚੇ ਸੌਦੇ ਦਾ ਹੀ ਵਪਾਰ ਕੀਤਾ ਹੈ, ਭਾਵ ਨਾਮ ਜਪਿਆ ਤੇ ਜਪਾਇਆ ਹੈ। ਸਭ ਕੁਛ ਘਰ ਹੀ ਮਾਰ ਹੈ ਸਾਰਾ ਖਜ਼ਾਨਾ ਹਿਰਦੇ ਘਰ ਵਿੱਚ ਹੀ ਹੈ। ਸਭ ਕਿਛ ਘਰ ਮਹਿ ਬਾਹਰ ਨਾਹੀ, ਬਾਹਰ ਟੋਲਹਿ ਸੋ ਭਰਮ ਭੁਲਾਹੀ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ। ਸਾਰੇ ਸ਼ੁਭ ਗੁਣ ਵੀ ਹਿਰਦੇ ਘਰ ਵਿੱਚ ਹੀ ਹੈ ਤੇ ਸਾਰੇ ਗੁਣਾਂ ਦਾ ਮਾਲਕ ਉਹ ਪਰਮੇਸ਼ਰ ਵੀ ਅੰਦਰ ਹਿਰਦੇ ਘਰ ਵਿੱਚ ਹੀ ਹੈ। ਵੱਡ ਭਾਗੀ ਲੀਤਾ ਵੱਡਿਆਂ ਭਾਗਾਂ ਵਾਲਿਆਂ ਨੇ ਲੀਤਾ ਲੈਣਾ ਕੀਤਾ ਹੈ, ਪ੍ਰਾਪਤ ਕੀਤਾ ਹੈ। ਅੰਤਰ ਤ੍ਰਿਸ਼ਨਾ ਮਰ ਗਈ ਅੰਦਰੋਂ ਤ੍ਰਿਸ਼ਨਾ ਮਰ ਗਈ ਉਹਨਾਂ ਦੇ। ਹਰ ਗੁਣ ਗਾਵੀਤਾ ਜਿਨ੍ਹਾਂ ਗੁਰਮੁਖਾਂ ਨੇ ਹਰੀ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ। ਆਪੇ ਮੇਲ ਮਲਾਏ ਮਹਾਰਾਜ ਕਹਿੰਦੇ ਆਪ ਹੀ ਵਾਹਿਗੁਰੂ ਕਿਰਪਾ ਕਰਕੇ ਸਤ ਸੰਗਤ ਦੇ ਮੇਲ ਵਿੱਚ ਉਹਨਾਂ ਨੂੰ ਮਿਲਾ ਲੈਂਦੇ। ਆਪੇ ਦੇ ਬੁਝਾਏ ਆਪ ਹੀ ਆਪਣੀ ਸਮਝ ਬੁਝਾ ਦਿੰਦੇ, ਬੂਝ ਬੁਝਾ ਦਿੰਦੇ ਹਨ। ਵਾਹ ਵਾਹ ਸੱਚੇ ਪਾਤਸ਼ਾਹ ਇਹ ਗੁਰਮੁਖ ਕਹਿੰਦੇ ਅਚਰਜ ਹੈ, ਅਚਰਜ ਹੈ, ਧੰਨ ਹੈ ਤੂੰ ਸੱਚੇ ਪਾਤਸ਼ਾਹ। ਤੂੰ ਸੱਚੀ ਨਾਮ ਤੂੰ ਸੱਚੀ ਮਹਿਮਾ ਵਾਲਾ ਹੈ, ਤੂੰ ਆਪ ਵੀ ਸੱਚਾ ਹੈ ਤੇ ਸੱਚੇ ਪਾਤਸ਼ਾਹ ਤੇਰੀ ਮਹਿਮਾ ਵੀ ਸੱਚੀ ਹੈ। ਤੋ ਇਸ ਕਰਕੇ ਉਹ ਸੱਚੇ ਦੀ ਸਿਫਤ ਕਰਦੇ ਆ। ਦੁਨੀਆ ਨਾਸਾ ਲਾਹੇ ਜੋ ਮਰ ਵੰਜਸੀ, ਲੋਕਾਂ ਨਾਸਾ ਲਾਹੇ ਜੋ ਮਰ ਖਾਕ ਥੀ। ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹੋ। 18ਵੀਂ ਪੌੜੀ ਸ਼ਲੋਕਾਂ ਦੇ ਸਹਿਤ ਸਤਿਗੁਰੂ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ
ਗੁਰੂ ਕੀ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਆਪੇ ਮੇਲ ਬੁਲਾਏ ਆਪੇ ਦੇ 부ਝਾਏ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੇ ਨਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।